ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ, ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ। ਤਾਂ ਬਿਲਕੁਲ ਅੱਜ ਕੰਟੀਨਿਊ ਕਰਦੇ ਹਾਂ ਆਪਾਂ ਆਪਣੇ ਟੌਪਿਕ ਨੂੰ। ਇੰਗਲਿਸ਼ ਪੈਡਾਗੋਜੀ ਦਾ ਇੱਕ ਨਵਾਂ ਟੌਪਿਕ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਅਤੇ ਬਿਲਕੁਲ ਇਸ ਟੌਪਿਕ ਦਾ ਨਾਮ ਕੀ ਹੈਗਾ ਕਿ ਕਿਹੜੇ ਕਿਹੜੇ ਪ੍ਰੋਬਲਮਸ ਨੇ ਜੋ ਆਪਾਂ ਨੂੰ ਲੈਂਗੁਏਜ ਟੀਚਿੰਗ ਦੇ ਟਾਈਮ ਜਾਂ ਫਿਰ ਜਦੋਂ ਆਪਾਂ ਬੱਚੇ ਨੂੰ ਲੈਂਗੁਏਜ ਸਿਖਾ ਰਹੇ ਹਾਂ। ਫੋਰ ਐਗਜ਼ਾਮਪਲ ਹੁਣ ਇਹ ਇੰਗਲਿਸ਼ ਪੈਡਾਗੋਜੀ ਦਾ ਟੌਪਿਕ ਹੈ ਤਾਂ ਇੰਗਲਿਸ਼ ਸਿਖਾਉਂਦੇ ਹੋਏ ਆਪਾਂ ਨੂੰ ਕਿਹੜੇ ਕਿਹੜੇ ਪ੍ਰੋਬਲਮਸ ਨੇ ਜਨਰਲੀ ਜੋ ਫੇਸ ਕਰਨੀਆਂ ਪੈਂਦੀਆਂ ਨੇ, ਸਪੈਸੀਫਿਕ ਪ੍ਰੋਬਲਮਸ ਬਾਰੇ ਵੀ ਡਿਸਕਸ ਕਰਾਂਗੇ ਔਰ ਜਨਰਲੀ ਪ੍ਰੋਬਲਮਸ ਬਾਰੇ ਵੀ ਡਿਸਕਸ ਕਰਾਂਗੇ। ਔਰ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਜਿਹਾ ਟੌਪਿਕ ਹੈ ਇਹ, ਕਿਉਂਕਿ ਇਹਦੇ ਵਿੱਚ ਕੁਐਸਚਨਸ ਬਣ ਜਾਂਦੇ ਨੇ ਲੈਂਗੁਏਜ ਸਿਖਾਉਣ ਦੇ ਟਾਈਮ ਕਿਹੜੇ ਕਿਹੜੇ ਆਪਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਅਤੇ ਇੰਪੋਰਟੈਂਟ ਟੌਪਿਕ ਹੈ। ਡਿਟੇਲ ਦੇ ਵਿੱਚ ਡਿਸਕਸ ਜ਼ਰੂਰ ਕਰਾਂਗੇ ਇਸ ਨੂੰ ਆਪਾਂ, ਠੀਕ ਹੈ ਜੀ। ਤਾਂ ਬਿਲਕੁਲ ਇਸ ਤੋਂ ਇਲਾਵਾ ਜੇਕਰ ਤੁਸੀਂ ਹਾਲੇ ਤੱਕ ਤਿਆਰੀ ਨਹੀਂ ਸ਼ੁਰੂ ਕੀਤੀ ਤਾਂ ਤਿਆਰੀ ਸ਼ੁਰੂ ਕਰ ਦਿਓ ਪੀਐਸ ਟੈਟ ਦੇ ਲਈ। ਔਰ ਅਗਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਤਿਆਰੀ ਕਿਵੇਂ ਕਰੀਏ ਤਾਂ ਇੱਕ ਵਾਰੀ ਇਸ ਚੈਨਲ 'ਤੇ ਜਾ ਕੇ ਵਿਜ਼ਿਟ ਕਰਕੇ ਦੇਖੋ ਔਰ ਡਿਸਕ੍ਰਿਪਸ਼ਨ 'ਚ ਦਿੱਤੇ ਹੋਏ ਜੋ ਟੈਲੀਗ੍ਰਾਮ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰਕੇ ਦੇਖੋ। ਤੁਹਾਨੂੰ ਜੋ ਨੋਟਸ ਦੀ ਪ੍ਰੋਬਲਮ ਹੈ ਉਹ ਵੀ ਤੁਹਾਡੀ ਦੂਰ ਹੋ ਜਾਏਗੀ ਔਰ ਨਾਲ ਨਾਲ ਤੁਹਾਨੂੰ ਜੋ ਕੰਟੀਨਿਊਸਲੀ ਰੈਗੂਲਰ ਕਲਾਸਿਸ ਦੀ ਲੋੜ ਹੈ ਉਹ ਵੀ ਤੁਹਾਨੂੰ ਇਸ ਚੈਨਲ ਦੇ ਉੱਪਰ ਫ੍ਰੀ ਆਫ ਕੋਸਟ ਜੋ ਹੈ ਉਹ ਅਵੇਲੇਬਲ ਨਜ਼ਰ ਆਉਣਗੀਆਂ, ਠੀਕ ਹੈ ਜੀ। ਅਤੇ ਇਸ ਚੈਨਲ ਦੇ ਜ਼ਰੀਏ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰ ਸਕਦੇ ਹੋ, ਠੀਕ ਹੈ। ਅਗਰ ਕੋਈ ਵੀ ਡਾਊਟ ਹੈ ਤੁਸੀਂ ਚੈਨਲ 'ਤੇ ਜਾ ਕੇ ਵਿਜ਼ਿਟ ਕਰਕੇ ਦੇਖੋ ਜਾਂ ਫਿਰ ਪਲੇਲਿਸਟ ਤੁਸੀਂ ਅਗਰ ਨਿਕਾਲ ਕੇ ਦੇਖੋਗੇ ਤਾਂ ਹਰ ਇੱਕ ਆਪਾਂ ਕਹਿ ਸਕਦੇ ਸਬਜੈਕਟ ਦੀ ਤੁਹਾਨੂੰ ਟੌਪਿਕ ਵਾਈਜ਼ ਤੁਹਾਨੂੰ ਇੱਕ ਰੈਗੂਲਰ ਕੋਰਸ ਦੀ ਤਰ੍ਹਾਂ ਤੁਹਾਨੂੰ ਉੱਥੇ ਨਜ਼ਰ ਆਏਗਾ ਸਾਰਾ ਕੁਛ, ਠੀਕ ਹੈ। ਤਾਂ ਚਲੋ ਫਿਰ ਇਸੇ ਤਰੀਕੇ ਨਾਲ ਜਿਵੇਂ ਕਿ ਆਪਾਂ ਪਹਿਲਾਂ ਹੀ ਸਟਾਰਟ ਕਰ ਰਹੇ ਸੀ, ਅਗਰ ਗੱਲ ਕਰੀਏ ਤਾਂ ਉਸ ਅਕੋਰਡਿੰਗ ਆਪਾਂ ਅੱਜ ਟੌਪਿਕ ਨੂੰ ਕੰਟੀਨਿਊ ਕਰਦੇ ਹਾਂ। ਇੱਕ ਨਵਾਂ ਟੌਪਿਕ ਜੋ ਹੈ ਅਗਲਾ ਆਪਾਂ ਸਟਾਰਟ ਕੀਤਾ ਹੈ ਇੰਗਲਿਸ਼ ਪੈਡਾਗੋਜੀ ਦਾ, ਅਤੇ ਇਸ ਤੋਂ ਇਲਾਵਾ ਆਪਾਂ ਕਾਫੀ ਹੱਦ ਤੱਕ ਜੋ ਟੌਪਿਕਸ ਨੇ ਉਹ ਡਿਸਕਸ ਕਰ ਚੁੱਕੇ। ਕਲੀਅਰ? ਤਾਂ ਬਿਲਕੁਲ ਸਟਾਰਟ ਕਰਦੇ। ਦੇਖੋ ਟੌਪਿਕ ਦਾ ਨਾਮ ਕੀ ਤੁਹਾਡੇ ਸਾਹਮਣੇ ਹੈ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਹੜੇ ਕਿਹੜੀਆਂ ਪ੍ਰੋਬਲਮਸ ਨੇ, ਕਿਹੜੇ ਕਿਹੜੇ ਚੈਲੰਜਸ ਨੇ। ਅਗਰ ਤੁਸੀਂ ਇੱਕ ਇੰਗਲਿਸ਼ ਟੀਚਰ ਹੋ ਤਾਂ ਤੁਹਾਨੂੰ ਇੱਕ ਲੈਂਗੁਏਜ ਨੂੰ ਟੀਚ ਕਰਦੇ ਹੋਏ ਕਿਹੜੇ ਕਿਹੜੀਆਂ ਜਨਰਲੀ ਅਗਰ ਆਪਾਂ ਦੇਖੀਏ ਪ੍ਰੋਬਲਮਸ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਅਗਰ ਬੱਚੇ ਸਹੀ ਤਰੀਕੇ ਨਾਲ ਇੰਗਲਿਸ਼ ਨਹੀਂ ਸਿੱਖ ਪਾ ਰਹੇ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਤਾਂ ਜ਼ਰੂਰ ਹੋਏਗੀ। ਉਹਨਾਂ ਪ੍ਰੋਬਲਮਸ ਨੂੰ ਅੱਜ ਆਪਾਂ ਪੂਰਾ ਇੱਥੇ ਡਿਟੇਲ ਦੇ ਵਿੱਚ ਡਿਸਕਸ ਕਰਨ ਲੱਗੇ ਹਾਂ। ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਸੀ, ਦੁਬਾਰਾ ਕਹਿ ਰਹੀ ਹਾਂ, ਬਹੁਤ ਇੰਪੋਰਟੈਂਟ ਟੌਪਿਕ ਹੈ। ਡਿਟੇਲ ਦੇ ਵਿੱਚ ਇਸ ਨੂੰ ਕਰਨਾ ਜ਼ਰੂਰੀ ਹੈ, ਸਮਝਣਾ ਜ਼ਰੂਰੀ ਹੈ ਇਕੱਲੇ ਇਕੱਲੇ ਪੁਆਇੰਟ ਨੂੰ। ਔਰ ਬਹੁਤ ਜ਼ਿਆਦਾ ਈਜ਼ੀ ਵੀ ਹੈ। ਈਜ਼ੀ ਕਿਉਂ ਹੈ? ਕਿਉਂਕਿ ਅਗਰ ਆਪਾਂ ਦੇਖੀਏ ਕਿ ਬਿਲਕੁਲ ਕਾਮਨ ਜਿਹੀਆਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਪਾਂ ਕਾਮਨ ਜਿਹੀਆਂ ਸਾਰੀਆਂ ਗੱਲਾਂ ਨੂੰ ਦੇਖਾਂਗੇ ਕਿ ਲੈਂਗੁਏਜ ਕਿਉਂ ਨਹੀਂ ਸਿੱਖ ਪਾਉਂਦੇ ਬੱਚੇ, ਠੀਕ ਹੈ। ਉਹ ਸਾਰਾ ਕੁਛ ਇਹਦੇ ਵਿੱਚ ਡਿਸਕਸ ਕਰਾਂਗੇ। ਦੇਖੋ ਸਭ ਤੋਂ ਪਹਿਲਾਂ ਤੁਸੀਂ ਟੌਪਿਕ ਦਾ ਨੇਮ ਤਾਂ ਦੇਖ ਹੀ ਲਿਆ ਹੋਣਾ ਕਿ ਕਿਹੜੇ ਕਿਹੜੇ ਟੌਪਿਕ ਨੇ ਔਰ ਕਿਹਦੇ ਲਈ ਹੈ ਇਹ। ਪੀਐਸ ਟੈਟ ਦੇ ਲਈ ਹੈ, ਸੀ ਟੈਟ ਲਈ ਵੀ ਜੋ ਸਟੂਡੈਂਟ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਹੈਲਪਫੁਲ ਹੋਏਗਾ। ਕਲੀਅਰ? ਤਾਂ ਬਿਲਕੁਲ ਦੇਖਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਜਨਰਲ ਚੈਲੰਜਸ ਦੀ ਗੱਲ ਕਰ ਰਹੇ ਹਾਂ, ਮਤਲਬ ਜੋ ਕਿ ਆਪਾਂ ਨੂੰ ਮੋਸਟਲੀ ਸਾਰੇ ਕਿਤੇ ਦੇਖਣ ਨੂੰ ਮਿਲਦੇ ਨੇ, ਜਨਰਲ ਜੇ ਹੁੰਦੇ ਨੇ, ਠੀਕ ਹੈ। ਇੱਥੇ ਆਪਾਂ ਗੱਲ ਕਰ ਰਹੇ ਹਾਂ ਇੰਗਲਿਸ਼ ਪੈਡਾਗੋਜੀ ਦੀ, ਤਾਂ ਮਤਲਬ ਇਹ ਜੋ ਲੈਂਗੁਏਜ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਵੀ ਇੰਗਲਿਸ਼ ਹੀ ਹੋਏਗੀ। ਸਪੈਸੀਫਿਕ ਜੋ ਚੈਲੰਜਸ ਹੋਣਗੇ ਉਹਨਾਂ ਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਅੱਜ ਦੀ ਵੀਡੀਓ ਜੋ ਆਪਣੀ ਰਹਿਣ ਵਾਲੀ ਹੈ ਉਹ ਜਨਰਲ ਚੈਲੰਜਸ ਦੇ ਲਈ ਰਹਿਣ ਵਾਲੀ ਹੈ, ਠੀਕ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਪਾ ਰਹੇ ਹੋ ਫਸਟ ਪੁਆਇੰਟ, ਲੈਕ ਆਫ ਪਰਪਸ। ਲੈਕ ਆਫ ਪਰਪਸ ਦੇ ਮਤਲਬ ਉਦੇਸ਼ ਦੀ ਕਮੀ ਹੁੰਦੀ ਹੈ ਪੜ੍ਹਨ ਵਾਲੇ ਲਈ ਵੀ ਔਰ ਪੜ੍ਹਾਉਣ ਵਾਲੇ ਲਈ ਵੀ। ਜੋ ਸਿੱਖ ਰਿਹਾ ਉਸ ਨੂੰ ਵੀ ਕਿਤੇ ਨਾ ਕਿਤੇ ਆਪਣੇ ਜੋ ਪਰਪਸ ਹੈ ਉਹ ਕਿਉਂ ਸਿੱਖ ਰਿਹਾ ਹੈ, ਕੀ ਉਸਦੇ ਲਈ ਯੂਜ਼ਫੁਲ ਹੈ ਕੀ ਨਹੀਂ, ਜਿਸ ਕਰਕੇ ਉਹਦਾ ਇੰਨਾ ਇੰਟਰਸਟ ਵੀ ਨਹੀਂ ਬਣਦਾ ਕਿਉਂਕਿ ਉਸਨੂੰ ਪਰਪਸ ਹੀ ਨਹੀਂ ਪਤਾ ਹੁੰਦਾ ਕਿ ਕਿਉਂ ਉਹ ਸਿੱਖ ਰਿਹਾ ਇੰਗਲਿਸ਼। ਉਹਦੀ ਅਗਰ ਉਹ ਇੰਗਲਿਸ਼ ਲੈਂਗੁਏਜ ਪੜ੍ਹ ਰਿਹਾ ਜੇ ਟੀਚਰ ਪੜ੍ਹਾ ਰਿਹਾ ਤਾਂ ਉਸਦਾ ਅੱਗੇ ਜਾ ਕੇ ਉਸਨੂੰ ਕੀ ਬੈਨੀਫਿਟ ਹੋਏਗਾ, ਕੀ ਕੀ ਉਸਦੇ ਉਦੇਸ਼ ਨੇ, ਨਹੀਂ ਪਤਾ ਹੁੰਦਾ, ਜਿਸ ਕਰਕੇ ਉਸਦਾ ਉਹ ਇੰਟਰਸਟ ਨਹੀਂ ਬਣਦਾ। ਅਗਰ ਇੰਟਰਸਟ ਨਹੀਂ ਬਣਦਾ ਤਾਂ ਉਸ ਤਰੀਕੇ ਨਾਲ ਉਹ ਸਿੱਖ ਨਹੀਂ ਪਾਉਂਦਾ। ਸਿਮਿਲਰ ਚੀਜ਼ ਆਪਾਂ ਪੜ੍ਹਾਉਣ ਵਾਲੇ ਲਈ ਐਜ਼ ਅ ਟੀਚਰ ਵੀ ਆਪਾਂ ਅਗਰ ਦੇਖੀਏ ਬਹੁਤ ਸਾਰੇ ਇੱਦਾਂ ਦੇ ਟੀਚਰਸ ਹੁੰਦੇ ਆ, ਨੋਟ ਸਾਰੇ, ਬਹੁਤ ਸਾਰੇ ਇੱਦਾਂ ਦੇ ਟੀਚਰਸ ਹੁੰਦੇ ਆ ਜੋ ਉਸ ਵੇ ਨਾਲ ਨਹੀਂ ਸਿਖਾ ਰਹੇ ਜਿਸ ਵੇ ਨਾਲ ਉਹਨਾਂ ਨੂੰ ਸਿਖਾਉਣਾ ਚਾਹੀਦਾ। ਕਿਤੇ ਨਾ ਕਿਤੇ ਉਹਨਾਂ ਨੂੰ ਵੀ ਪਰਪਸਿਸ ਦੀ ਇੰਨੀ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਉਹਨਾਂ ਨੂੰ ਇੰਨਾ ਸੀਰੀਅਸ ਲੈ ਕੇ ਨਹੀਂ ਚੱਲਦੇ, ਠੀਕ ਹੈ। ਤਾਂ ਉੱਥੇ ਆਪਾਂ ਫਸਟ ਪੁਆਇੰਟ ਆਪਣੇ ਕੋਲ ਇਹੀ ਆ ਜਾਂਦਾ, ਲੈਕ ਆਫ ਪਰਪਸ। ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਲਈ ਜੋ ਪਰਪਸ ਹੁੰਦਾ ਉਹ ਆਪਣਾ ਕਲੀਅਰ ਹੋਣਾ ਚਾਹੀਦਾ। ਅਗਰ ਉਹ ਕਲੀਅਰ ਨਹੀਂ ਹੋਏਗਾ ਤਾਂ ਓਬਵੀਅਸ ਜੀ ਗੱਲ ਹੈ ਕਿ ਆਪਾਂ ਉਸ ਕੰਮ ਨੂੰ ਓਨੇ ਵਧੀਆ ਵੇ ਨਾਲ ਨਹੀਂ ਕਰ ਪਾਵਾਂਗੇ, ਠੀਕ ਹੈ। ਸੈਕਿੰਡ ਤੁਸੀਂ ਦੇਖ ਪਾ ਰਹੇ ਹੋ, ਹੁਣ ਦੇਖੋ ਇੱਥੇ ਮੈਥਡ ਆਫ ਜੋ ਟੀਚਿੰਗ ਆਪਾਂ ਇੰਡੀਆ ਦੇ ਵਿੱਚ ਯੂਜ਼ ਕਰ ਸਕਦੇ ਹਾਂ ਉਸਦੇ ਫੋਲਟ ਦੀ ਗੱਲ ਕੀਤੀ ਗਈ ਹੈ। ਫੋਲਟੀ ਮੈਥਡ ਆਫ ਟੀਚਿੰਗ। ਆਪਣਾ ਜੋ ਟੀਚਿੰਗ ਮੈਥਡ ਹੈ ਕਹਿੰਦੇ ਉਹ ਓਨਾ ਅੱਛਾ ਨਹੀਂ ਹੈ ਜਿੰਨਾ ਅੱਛਾ ਹੋਣਾ ਚਾਹੀਦਾ। ਹੁਣ ਦੇਖੋ ਇੰਗਲਿਸ਼ ਲੈਂਗੁਏਜ ਅਗਰ ਆਪਾਂ ਗੱਲ ਕਰੀਏ, ਇੰਗਲਿਸ਼ ਲੈਂਗੁਏਜ ਦੇ ਵਿੱਚ ਕੀ ਹੈ, ਇੰਗਲਿਸ਼ ਲੈਂਗੁਏਜ ਜੋ ਹੁੰਦੀ ਹੈ ਉਹਦੇ 4 ਸਕਿੱਲਸ ਹੁੰਦੇ ਨੇ, 4 ਸਕਿੱਲ ਹੁੰਦੇ ਨੇ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ। ਸਭ ਤੋਂ ਪਹਿਲਾਂ ਬੱਚਾ ਕੀ ਕਰੇਗਾ, ਲਿਸਨਿੰਗ ਕਰੇਗਾ, ਠੀਕ ਹੈ। ਆਪਾਂ ਨੂੰ ਪਤਾ ਹੈ ਫੋਰ ਐਗਜ਼ਾਮਪਲ ਆਪਾਂ ਇੰਗਲਿਸ਼ ਲੈਂਗੁਏਜ ਨੂੰ ਇੱਕ ਵਾਰੀ ਰੱਖਦੇ ਹਾਂ, ਆਪਾਂ ਆਪਣੀ ਮਦਰ ਟੰਗ ਦੀ ਗੱਲ ਕਰਦੇ ਹਾਂ। ਉਹਦੇ ਵਿੱਚ ਕੀ ਹੁੰਦਾ, ਆਪਣੀ ਮਾਤ ਭਾਸ਼ਾ ਦੇ ਵਿੱਚ ਕੀ ਹੁੰਦਾ, ਆਪਾਂ ਜਨਰਲੀ ਸਭ ਤੋਂ ਪਹਿਲਾਂ ਛੋਟਾ ਬੱਚਾ ਹੁੰਦਾ ਹਾਲੇ ਬੋਲਣਾ ਵੀ ਨਹੀਂ ਸਿੱਖਦਾ, ਠੀਕ ਹੈ। ਅਤੇ ਉਹ ਕੀ ਹੁੰਦਾ, ਸਭ ਤੋਂ ਪਹਿਲਾਂ ਸੁਣਦਾ,
ਕਿ ਉਸਦੇ ਆਲੇ ਦੁਆਲੇ ਕਿਸ ਤਰੀਕੇ ਨਾਲ ਬੋਲ ਰਹੇ ਨੇ, ਠੀਕ ਹੈ। ਫਿਰ ਉਸਨੂੰ ਹੌਲੀ ਹੌਲੀ ਨਕਲ ਕਰਕੇ, ਜਿਵੇਂ ਦਾਦਾ ਮਾਮਾ ਇੱਦਾਂ ਦੇ ਸ਼ਬਦ ਬੋਲਣ ਦੀ ਕੋਸ਼ਿਸ਼ ਕਰਦਾ, ਤਾਂ ਲਿਸਨਿੰਗ ਤੋਂ ਬਾਅਦ ਉਹ ਹੌਲੀ ਹੌਲੀ ਸਪੀਕਿੰਗ ਕਰਨੀ ਸ਼ੁਰੂ ਕਰਦਾ। ਤਾਂ ਇਹਦਾ ਮਤਲਬ ਕੀ ਹੋ ਗਿਆ, ਸਭ ਤੋਂ ਪਹਿਲਾਂ ਤਾਂ ਉਹ ਕਿਸ ਚੀਜ਼ ਦੇ ਉੱਪਰ ਫੋਕਸ ਦੇ ਰਿਹਾ, ਲਿਸਨਿੰਗ ਅਤੇ ਸਪੀਕਿੰਗ ਦੇ ਉੱਪਰ ਹੀ ਫੋਕਸ ਕਰ ਰਿਹਾ ਨਾ। ਸੁਣ ਰਿਹਾ, ਸਮਝਣ ਦੀ ਕੋਸ਼ਿਸ਼ ਕਰਕੇ, ਨਕਲ ਕਰਨ ਦੀ ਕੋਸ਼ਿਸ਼ ਕਰਕੇ, ਬੋਲਣ ਦੀ ਕੋਸ਼ਿਸ਼ ਕਰ ਰਿਹਾ। ਲਿਸਨਿੰਗ ਸਪੀਕਿੰਗ 2 ਪ੍ਰਾਇਮਰੀ ਸਕਿੱਲਸ ਹੁੰਦੀਆਂ ਨੇ, ਠੀਕ ਹੈ। ਆਪਾਂ ਨੇ ਲਾਈਫ ਦੇ ਵਿੱਚ ਹਰ ਜਗ੍ਹਾ 'ਤੇ ਲਿਖਣਾ ਨਹੀਂ ਹੁੰਦਾ, ਹਰ ਜਗ੍ਹਾ 'ਤੇ ਪੜ੍ਹਨਾ ਨਹੀਂ ਹੁੰਦਾ। ਅਗਰ ਆਪਾਂ ਲੈਂਗੁਏਜ ਨੂੰ ਪ੍ਰੋਪਰਲੀ ਬੋਲ ਨਹੀਂ ਸਕਦੇ, ਅਗਰ ਆਪਾਂ ਲੈਂਗੁਏਜ ਨੂੰ ਪ੍ਰੋਪਰਲੀ ਸਮਝ ਨਹੀਂ ਸਕਦੇ ਸੁਣਦੇ ਹੋਏ, ਤਾਂ ਸ਼ਾਇਦ ਆਪਣੀ ਉਹ ਲੈਂਗੁਏਜ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਆਪਾਂ ਨੂੰ ਪਤਾ ਹੋਣਗੀਆਂ, ਠੀਕ ਹੈ। ਉਸ ਤੋਂ ਬਾਅਦ ਅਗਰ ਗੱਲ ਕਰੀਏ, ਹੌਲੀ ਹੌਲੀ ਬੱਚੇ ਕਿਤੇ ਜਾਂਦਾ, ਸਕੂਲ ਦੇ ਵਿੱਚ ਜਾਂਦਾ, ਉੱਥੇ ਬੱਚੇ ਰੀਡਿੰਗ ਅਤੇ ਰਾਈਟਿੰਗ ਕਰਦਾ ਹੈ। ਰੀਡਿੰਗ ਅਤੇ ਰਾਈਟਿੰਗ ਕਰਦਾ, ਇਸ ਨੂੰ ਆਪਾਂ ਸੈਕੰਡਰੀ ਸਕਿੱਲਸ ਬੋਲਦੇ ਹਾਂ, ਠੀਕ ਹੈ ਜੀ। ਹੁਣ ਆਪਣੇ ਇੱਥੇ ਕੀ ਹੈ, ਇੰਡੀਆ ਦੀ ਇੱਥੇ ਗੱਲ ਹੋ ਰਹੀ ਹੈ, ਤਾਂ ਇੱਥੇ ਮੋਸਟਲੀ ਆਪਾਂ ਨੂੰ ਇੱਕ ਚੀਜ਼ ਤਾਂ ਕਲੀਅਰ ਹੈ ਕਿ ਬਹੁਤ ਜ਼ਿਆਦਾ ਫੋਕਸ ਕਿਹਦੇ ਉੱਪਰ ਦਿੱਤਾ ਜਾਂਦਾ ਹੈ, ਰੀਡਿੰਗ ਅਤੇ ਰਾਈਟਿੰਗ ਉੱਪਰ ਦਿੱਤਾ ਜਾਂਦਾ ਹੈ, ਸੈਕੰਡਰੀ ਸਕਿੱਲਸ ਦੇ ਉੱਪਰ ਦਿੱਤਾ ਜਾਂਦਾ ਹੈ। ਜਦਕਿ ਸਟਾਰਟਿੰਗ ਕਿੱਥੋਂ ਹੋਣੀ ਚਾਹੀਦੀ ਹੈ, ਲਿਸਨਿੰਗ ਸਪੀਕਿੰਗ ਦੇ ਵਿੱਚ ਹੋਣੀ ਚਾਹੀਦੀ ਹੈ, ਠੀਕ ਹੈ। ਐਗਜ਼ਾਮੀਨੇਸ਼ਨ ਸਿਸਟਮ ਦੇ ਵਿੱਚ ਵੀ ਅਗਰ ਆਪਾਂ ਗੱਲ ਕਰੀਏ, ਕੀ ਚੀਜ਼ ਹੁੰਦੀ ਹੈ, ਮੋਸਟਲੀ ਬੱਚਿਆਂ ਦੇ ਲਿਖਣ ਦੇ ਉੱਪਰ ਜਾਂ ਪੜ੍ਹਨ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ, ਠੀਕ ਹੈ। ਕਿ ਉਹ ਇੰਗਲਿਸ਼ ਲੈਂਗੁਏਜ ਨੂੰ ਪ੍ਰੋਪਰਲੀ ਯੂਜ਼ ਕਰ ਪਾ ਰਹੇ ਨੇ ਡਿਊਰਿੰਗ ਅ ਕਮਿਊਨੀਕੇਸ਼ਨ, ਡਿਊਰਿੰਗ ਅ ਕਨਵਰਸੇਸ਼ਨ, ਕਿ ਉਹ ਪ੍ਰੋਪਰਲੀ ਇੰਗਲਿਸ਼ ਲੈਂਗੁਏਜ ਨੂੰ ਯੂਜ਼ ਕਰ ਪਾ ਰਹੇ ਨੇ। ਬੱਚੇ ਆਪਸ ਦੇ ਵਿੱਚ ਇੰਗਲਿਸ਼ ਦੇ ਵਿੱਚ ਗੱਲ ਕਰਦੇ ਹੋਏ ਕੰਫਰਟੇਬਲ ਨੇ, ਸਹੀ ਗ੍ਰਾਮਰ ਜਾਂ ਸਹੀ ਤਰੀਕੇ ਨਾਲ ਉਹ ਯੂਜ਼ ਕਰ ਪਾ ਰਹੇ ਨੇ। ਇਹਨਾਂ ਚੀਜ਼ਾਂ ਦਾ ਬਿਲਕੁਲ ਵੀ ਆਪਾਂ ਕਹਿ ਸਕਦੇ ਕਿ ਬਹੁਤ ਰੇਅਰਲੀ ਇਸ ਗੱਲ ਵੱਲ ਫੋਕਸ ਕੀਤਾ ਜਾਂਦਾ ਹੈ। ਸਾਫ਼ ਸ਼ਬਦਾਂ ਵਿੱਚ ਰੀਡਿੰਗ ਰਾਈਟਿੰਗ ਵੱਲ ਜ਼ਿਆਦਾ ਫੋਕਸ ਹੁੰਦਾ ਹੈ। ਲਿਸਨਿੰਗ ਅਤੇ ਸਪੀਕਿੰਗ ਨੂੰ ਇੱਕ ਤਰੀਕੇ ਨਾਲ ਬਿਲਕੁਲ ਹੀ ਆਪਾਂ ਕਹਿ ਸਕਦੇ ਕਿ ਬਹੁਤ ਘੱਟ ਫੋਕਸ ਉਹਦੇ ਉੱਪਰ ਕੀਤਾ ਜਾਂਦਾ ਹੈ, ਜੋ ਕਿ ਬਿਲਕੁਲ ਵੀ ਸਹੀ ਮੈਥਡ ਨਹੀਂ ਹੈ, ਠੀਕ ਹੈ ਜੀ। ਨੈਕਸਟ ਅਗਰ ਗੱਲ ਕਰੀਏ, ਉਮੀਦ ਹੈ ਇਹ ਚੀਜ਼ ਤਾਂ ਕਲੀਅਰ ਹੋ ਗਈ ਹੋਏਗੀ ਕਿ ਚਾਰੋਂ ਸਕਿੱਲਸ ਨੂੰ ਇਕੱਠੇ ਲੈ ਕੇ ਚੱਲਣਾ ਜ਼ਰੂਰੀ ਹੈ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਥਰਡ ਦੇਖੋ, ਤੁਸੀਂ ਕੀ ਦੇਖ ਪਾ ਰਹੇ ਹੋ, ਫੋਲਟੀ ਟੈਕਸਟ ਬੁੱਕ। ਜੋ ਆਪਾਂ ਟੈਕਸਟ ਬੁੱਕਸ ਯੂਜ਼ ਕਰਦੇ ਹਾਂ ਜਾਂ ਪੜ੍ਹਾਉਂਦੇ ਹਾਂ ਜਾਂ ਪੜ੍ਹਦੇ ਹਾਂ, ਠੀਕ ਹੈ, ਉਹਨਾਂ ਦੇ ਫੋਲਟ ਦੀ ਗੱਲ ਕੀਤੀ ਗਈ ਹੈ। ਕਿਉਂ, ਉਹਦਾ ਵੀ ਇੱਕੋ ਹੀ ਰੀਜ਼ਨ ਹੈ ਕਿ ਉਹਦੇ ਵਿੱਚ ਵੀ ਫੋਕਸ ਕਿਹਦੇ ਉੱਤੇ ਹੁੰਦਾ, ਰੀਡਿੰਗ ਜਾਂ ਰਾਈਟਿੰਗ ਦੇ ਉੱਪਰ ਹੁੰਦਾ। ਆਪਾਂ ਇੱਕ ਟੈਕਸਟ ਬੁੱਕ, ਬੱਚੇ ਉਸ ਨੂੰ ਰੀਡ ਕਰ ਰਹੇ ਨੇ ਤਾਂ ਉਹਨਾਂ ਦਾ ਰੀਡਿੰਗ ਸਕਿੱਲ ਇੰਪਰੂਵ ਹੋ ਰਿਹਾ, ਨੋ ਡਾਊਟ। ਬੱਚੇ ਉਸ ਤੋਂ ਸਿੱਖ ਕੇ ਕੁਛ ਲਿਖ ਰਹੇ ਨੇ, ਇਮੀਟੇਸ਼ਨ ਕਰਕੇ ਲਿਖ ਰਹੇ ਨੇ ਜਾਂ ਲਰਨ ਕਰਕੇ ਲਿਖ ਰਹੇ ਨੇ ਜਾਂ ਕਿੱਦਾਂ ਵੀ, ਤਾਂ ਉਹ ਆਪਣੇ ਕੋਲ ਕੀ ਹੋਏਗਾ, ਉਹ ਰਾਈਟਿੰਗ ਸਕਿੱਲ ਉਹਨਾਂ ਦਾ ਇੰਪਰੂਵ ਹੋਏਗਾ। ਬਟ ਇੱਥੇ ਲਿਸਨਿੰਗ ਅਤੇ ਸਪੀਕਿੰਗ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਬੱਚੇ ਕਿਸ ਤਰੀਕੇ ਨਾਲ ਇੰਗਲਿਸ਼ ਨੂੰ ਅਗਰ ਸਾਹਮਣੇ ਵਾਲਾ ਇੱਕ ਪਰਸਨ ਉਹਨਾਂ ਨਾਲ ਇੰਗਲਿਸ਼ ਦੇ ਵਿੱਚ ਗੱਲ ਕਰ ਪਾ ਰਿਹਾ, ਕਿ ਉਹ ਸਮਝ ਰਹੇ ਨੇ, ਕਿ ਉਹ ਇੰਗਲਿਸ਼ ਦੇ ਵਿੱਚ ਗੱਲ ਕਰਨ ਦੇ ਏਬਲ ਹੈਗੇ ਨੇ, ਠੀਕ ਹੈ। ਉਹ ਚੀਜ਼ਾਂ ਦਾ ਜੋ ਬਿਲਕੁਲ ਇਗਨੋਰ ਹੋ ਜਾਂਦੀਆਂ ਨੇ ਇੱਥੇ, ਜਦਕਿ ਰੀਅਲ ਲਾਈਫ ਦੇ ਵਿੱਚ ਆਪਾਂ ਨੂੰ ਜ਼ਿਆਦਾ ਫੋਕਸ ਕਿਹਦੇ ਉੱਪਰ ਦੇਣਾ ਪੈਂਦਾ, ਲਿਸਨਿੰਗ ਔਰ ਸਪੀਕਿੰਗ ਦੇ ਉੱਪਰ ਦੇਣਾ ਪੈਂਦਾ, ਠੀਕ ਹੈ। ਤਾਂ ਬਿਲਕੁਲ ਥਰਡ ਇਜ਼ ਆਵਰ, ਆਪਾਂ ਕਹਿ ਸਕਦੇ ਹਾਂ ਕਿ ਪੁਆਇੰਟ ਹੈ, ਮਤਲਬ ਜੋ ਜਨਰਲ ਜਿਹਾ ਇੱਕ ਚੈਲੰਜ ਹੈ ਕਿ ਬੱਚਿਆਂ ਦਾ ਜ਼ਿਆਦਾ ਫੋਕਸ ਕਿਹਦੇ ਉੱਪਰ ਹੁੰਦਾ, ਰੀਡਿੰਗ ਰਾਈਟਿੰਗ ਉੱਪਰ ਹੁੰਦਾ, ਲਿਸਨਿੰਗ ਸਪੀਕਿੰਗ ਉੱਪਰ ਨਹੀਂ ਹੁੰਦਾ, ਜਿਹਦੇ ਕਰਕੇ ਉਹ ਰੈਗੂਲਰ ਲਾਈਫ ਦੇ ਵਿੱਚ ਉਸਨੂੰ ਯੂਜ਼ ਨਹੀਂ ਕਰ ਪਾਉਂਦੇ ਆਪਣੀ ਲੈਂਗੁਏਜ ਨੂੰ, ਠੀਕ ਹੈ, ਇੰਗਲਿਸ਼ ਲੈਂਗੁਏਜ ਨੂੰ। ਇਹੀ ਇੱਕ ਕਾਰਨ ਹੈ ਕਿ ਉਹ ਥੋੜ੍ਹਾ ਜਿਹਾ ਉਸ ਵੇ ਦੇ ਵਿੱਚ ਨਹੀਂ ਸਿੱਖ ਪਾਉਂਦੇ। ਫੋਰਥ ਅਗਰ ਆਪਾਂ ਗੱਲ ਕਰੀਏ, ਲਾਰਜ ਕਲਾਸ ਦਾ ਮਤਲਬ ਕੀ ਹੋ ਗਿਆ, ਆਪਾਂ ਨੂੰ ਪਤਾ ਕਿ ਪੋਪੂਲੇਸ਼ਨ ਇੰਡੀਆ ਦੀ ਕਿੰਨੀ ਹੈ, ਠੀਕ ਹੈ। ਇੱਕ ਕਲਾਸ ਦੀ ਰੇਸ਼ੋ ਕੀ ਹੋਣੀ ਚਾਹੀਦੀ ਹੈ, 30:1, ਮਤਲਬ ਇੱਕ ਕਲਾਸ ਦੇ ਵਿੱਚ ਅਗਰ 30 ਸਟੂਡੈਂਟ ਨੇ ਤਾਂ ਉਹਦੇ ਪਿੱਛੇ ਇੱਕ ਟੀਚਰ ਹੋਣਾ ਚਾਹੀਦਾ ਹੈ। 30 ਤੋਂ ਅਗਰ ਜ਼ਿਆਦਾ ਹੋ ਜਾਂਦੇ ਨੇ ਤਾਂ ਉਹਦੇ ਪਿੱਛੇ ਆਪਾਂ ਨੂੰ ਕੀ ਕਰਨਾ ਚਾਹੀਦਾ, ਨਿਊ ਸੈਕਸ਼ਨ ਜਾਂ ਨਿਊ ਕਲਾਸ ਹੈ ਜੋ ਉਹ ਆਪਾਂ ਨੂੰ ਦਿਖਣੀ ਚਾਹੀਦੀ ਹੈ, ਠੀਕ ਹੈ। ਤਾਂ ਕਿ ਮਤਲਬ ਇਸ ਤਰੀਕੇ ਨਾਲ ਸਟੂਡੈਂਟਸ ਹੋਣੇ ਚਾਹੀਦੇ ਹੈ ਕਿ ਹਰ ਇੱਕ ਕਲਾਸ ਦੇ ਵਿੱਚ ਹਰ ਇੱਕ ਸਟੂਡੈਂਟ ਦੇ ਉੱਪਰ ਟੀਚਰ ਧਿਆਨ ਦੇ ਸਕੇ। ਬਟ ਹੁਣ ਤੁਸੀਂ ਦੇਖੋ, ਅਗਰ ਇੱਕ ਕਲਾਸ ਦੇ ਵਿੱਚ 60 ਸਟੂਡੈਂਟ ਨੇ, 50 ਸਟੂਡੈਂਟ ਨੇ, 40 ਸਟੂਡੈਂਟ ਨੇ, ਬਹੁਤ ਸਾਰੇ ਇੱਦਾਂ ਦੇ ਸਕੂਲਸ ਨੇ ਜਿਸ 'ਚ ਬਹੁਤ ਜ਼ਿਆਦਾ ਬੱਚੇ ਨੇ, ਤਾਂ ਉੱਥੇ ਆਪਾਂ ਨੂੰ 70 ਦੇ ਨੀਅਰ ਅਬਾਊਟ ਬੱਚੇ ਵੀ ਕਲਾਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਨੋ ਡਾਊਟ। ਉਸ ਦੇ ਵਿੱਚ ਜਦੋਂ ਇੰਨੇ ਸਾਰੇ ਬੱਚੇ ਇੱਕ ਕਲਾਸ ਦੇ ਵਿੱਚ ਬੈਠੇ ਨੇ, ਤਾਂ ਉੱਥੇ ਕੀ ਹੁੰਦਾ, ਬੱਚਾ ਉਸ ਤਰੀਕੇ ਟੀਚਰ ਚਾਹ ਕੇ ਵੀ ਪੂਰਾ ਆਪਣਾ ਹਾਰਡ ਵਰਕ ਕਰਕੇ ਵੀ ਇਕੱਲੇ ਬੱਚੇ ਵੱਲ ਫੋਕਸ ਨਹੀਂ ਕਰ ਪਾਉਂਦਾ, ਕਿਉਂਕਿ ਜੋ ਪੀਰੀਅਡ ਟਾਈਮ ਹੁੰਦਾ, ਆਪਾਂ ਕਹਿ ਸਕਦੇ ਕਲਾਸ ਟਾਈਮ ਲਗਾ ਲਓ ਜਾਂ ਪੀਰੀਅਡ ਟਾਈਮ ਲਗਾ ਲਓ, ਰਾਈਟ, ਉਹ ਲਿਮਿਟਡ ਹੁੰਦਾ। 40 ਮਿੰਟਸ ਹੋਏਗਾ, ਜ਼ਿਆਦਾ ਤੋਂ ਜ਼ਿਆਦਾ 1 ਆਰ ਹੋਏਗਾ, ਜ਼ਿਆਦਾ ਤੋਂ ਜ਼ਿਆਦਾ 30, ਇਸ ਤਰੀਕੇ ਨਾਲ ਹੁੰਦਾ। ਉਨੇ ਕੁ ਟਾਈਮ ਦੇ ਵਿੱਚ ਹਰ ਇੱਕ ਸਟੂਡੈਂਟ ਦੇ ਉੱਪਰ ਫੋਕਸ ਨਹੀਂ ਕੀਤਾ ਜਾ ਸਕਦਾ। ਆਪਾਂ ਸਾਰੇ ਇੱਕ ਟੀਚਰ ਆ, ਇਹ ਗੱਲ ਤਾਂ ਆਪਾਂ ਬੜੀ ਆਰਾਮ ਨਾਲ ਸਮਝ ਸਕਦੇ ਹਾਂ ਕਿ ਹਰ ਇੱਕ ਸਟੂਡੈਂਟ ਦੇ ਅਗਰ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਸਟੂਡੈਂਟ ਦੀ ਕਾਊਂਟਿੰਗ ਵੀ ਲਿਮਿਟਡ 'ਚ ਹੋਣੀ ਚਾਹੀਦੀ ਹੈ, ਠੀਕ ਹੈ। ਅਗਰ ਬਹੁਤ ਸਾਰੇ ਬੱਚੇ ਐਵਰੇਜ ਵੀ ਹੁੰਦੇ ਨੇ, ਬਹੁਤ ਸਾਰੇ ਬੱਚੇ ਇੰਟੈਲੀਜੈਂਟ ਵੀ ਹੁੰਦੇ ਨੇ ਔਰ ਬਹੁਤ ਸਾਰੇ ਬੱਚੇ ਵੀਕ ਵੀ ਹੁੰਦੇ ਨੇ, ਨੋ ਡਾਊਟ। ਹਰ ਇੱਕ ਸਟੂਡੈਂਟ ਵੱਲ ਧਿਆਨ ਦੇਣ ਲਈ ਬੱਚਿਆਂ ਦੀ ਕਾਊਂਟਿੰਗ ਵੀ ਲਿਮਿਟਡ ਹੋਣੀ ਚਾਹੀਦੀ ਹੈ ਕਲਾਸ ਦੇ ਵਿੱਚ। ਅਗਰ ਇੱਕ ਕਲਾਸ ਦੇ ਵਿੱਚ 60, 70, 50, 40 ਇਸ ਤਰੀਕੇ ਨਾਲ ਬੱਚੇ ਹੋਣਗੇ ਤਾਂ ਟੀਚਰ ਚਾਹ ਕੇ ਵੀ ਉਹਨਾਂ ਇਕੱਲੇ ਬੱਚਿਆਂ ਵੱਲ ਧਿਆਨ ਨਹੀਂ ਦੇ ਸਕੇਗਾ, ਕਲੀਅਰ। ਜੋ ਕਿ ਇੱਕ ਬਹੁਤ ਵੱਡਾ ਆਪਾਂ ਕਹਿ ਸਕਦੇ ਕਿ ਚੈਲੰਜ ਹੈ, ਜਿਹਦੇ ਕਰਕੇ ਹਰ ਇੱਕ ਬੱਚਾ ਜੋ ਹੈ ਉਹ ਨਹੀਂ ਸਿੱਖ ਪਾਉਂਦਾ ਇੰਗਲਿਸ਼ ਲੈਂਗੁਏਜ ਨੂੰ। ਫਿਫਥ ਅਗਰ ਗੱਲ ਕਰੀਏ, ਲੈਕ ਆਫ ਸਟੱਡੀ ਮਟੀਰੀਅਲ ਦੀ ਕਮੀ। ਸਟੱਡੀ ਮਟੀਰੀਅਲ ਕੀ ਹੁੰਦਾ, ਜਿਵੇਂ ਕਿ ਹੁਣ ਬਹੁਤ ਸਾਰੇ ਇੱਦਾਂ ਦੇ ਵਿਲੇਜਸ ਨੇ, ਆਪਾਂ ਸ਼ਹਿਰ ਦੀ ਗੱਲ ਨਹੀਂ ਕਰਦੇ, ਪਰ ਇੱਦਾਂ ਦੇ ਬਹੁਤ ਸਾਰੇ ਵਿਲੇਜਸ ਨੇ ਜਿੱਥੇ ਹਾਲੇ ਤੱਕ ਅੱਛੀਆਂ ਬੁੱਕਸ ਜਾਂ ਅੱਛੇ ਆਪਾਂ ਕਹਿ ਸਕਦੇ ਹਾਂ ਟੀਚਿੰਗ ਏਡਸ ਵਗੈਰਾ ਉੱਥੇ ਨਹੀਂ ਯੂਜ਼ ਕੀਤੇ ਜਾਂਦੇ। ਉੱਥੇ ਉੱਦਾਂ ਹੀ ਇੱਕ ਆਪਾਂ ਬਹੁਤ ਸਾਰਾ ਸਟੱਡੀ ਮਟੀਰੀਅਲ ਦੇ ਵਿੱਚ ਕੀ ਆਉਂਦਾ, ਟੈਕਸਟ ਬੁੱਕਸ ਆ ਜਾਂਦੀਆਂ,
ਟੀਚਿੰਗ ਏਡਸ ਆ ਜਾਂਦੀ ਹੈ ਜਿਹਦੇ ਨਾਲ ਟੀਚਰ ਹੈਲਪ ਕਰਦਾ ਬੱਚਿਆਂ ਨੂੰ ਸਮਝਾਉਣ ਦੀ। ਔਨਲਾਈਨ ਅਗਰ ਆਪਾਂ ਗੱਲ ਕਰੀਏ ਅੱਜ ਕੱਲ੍ਹ ਔਨਲਾਈਨ ਸਭ ਕੁਛ ਚੱਲ ਰਿਹਾ ਤਾਂ ਮੋਬਾਈਲਸ ਹੋ ਗਏ ਜਾਂ ਇੰਟਰਨੈਟ ਦੀ ਫੈਸਿਲਿਟੀਜ਼ ਹੋ ਗਈਆਂ ਜਿੱਥੋਂ ਬੱਚੇ ਔਨਲਾਈਨ ਸਟੱਡੀ ਕਰ ਸਕਣ। ਤਾਂ ਇਹ ਸਾਰਾ ਕੁਛ ਬਹੁਤ ਸਾਰੇ ਇੱਦਾਂ ਦੇ ਏਰੀਆਜ਼ ਹੁੰਦੇ ਨੇ ਜਿੱਥੇ ਹਾਲੇ ਤੱਕ ਅਵੇਲੇਬਲ ਨਹੀਂ ਹੈ, ਜਿਹਦੇ ਕਰਕੇ ਉਸ ਏਰੀਆ ਦੇ ਜੋ ਪਰਟੀਕੂਲਰ ਏਰੀਆ ਦੀ ਅਗਰ ਆਪਾਂ ਕਿਸੇ ਦੀ ਗੱਲ ਕਰੀਏ ਉਹਦੇ ਵਿੱਚ ਅਗਰ ਕੋਈ ਫੈਸਿਲਿਟੀਜ਼ ਨਹੀਂ ਨੇ, ਜਿਵੇਂ ਕਿ ਮੋਬਾਈਲ ਹੋ ਗਿਆ, ਜਾਂ ਅਗਰ ਗੱਲ ਕਰੀਏ ਜਿਹਦੇ ਨਾਲ ਔਨਲਾਈਨ ਨਹੀਂ ਪੜ੍ਹ ਸਕਦੇ, ਠੀਕ ਹੈ, ਪਿਛਲੇ 2 ਸਾਲਾਂ ਤੋਂ ਆਪਾਂ ਦੇਖ ਰਹੇ ਤਾਂ ਸਾਰਿਆਂ ਦੀ ਸਟੱਡੀ ਕੀ ਹੋ ਰਹੀ ਹੈ, ਔਨਲਾਈਨ ਹੋ ਰਹੀ ਹੈ। ਅਗਰ ਕਿਸੇ ਫੈਮਿਲੀ ਦੇ ਵਿੱਚ ਮੋਬਾਈਲ ਨਹੀਂ ਹੈ ਦੈਨ ਉਹ ਕਿੱਦਾਂ ਸਟੱਡੀ ਕਰਨਗੇ, ਕਿਉਂਕਿ ਉਹਨੂੰ ਕਲਾਸਿਸ ਉਹਨਾਂ ਦੀਆਂ ਔਨਲਾਈਨ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਕਿ ਅਗਰ ਕਿਸੇ ਵਿਲੇਜ ਦੇ ਵਿੱਚ ਕੋਈ ਟੀਚਿੰਗ ਏਡਸ ਵਗੈਰਾ ਹਾਲੇ ਤੱਕ ਉਸਨੂੰ ਇੱਦਾਂ ਦੀ ਫੈਸਿਲਿਟੀਜ਼ ਨਹੀਂ ਪ੍ਰੋਵਾਈਡ ਹੋਈਆਂ, ਬੁੱਕਸ ਨਹੀਂ ਉਹਨਾਂ ਨੂੰ ਹਾਲੇ ਤੱਕ ਮਿਲ ਰਹੀਆਂ ਉਸ ਏਰੀਆ ਦੇ ਵਿੱਚ, ਤਾਂ ਉਹ ਕਿਸ ਤਰੀਕੇ ਨਾਲ ਆਪਣੀ ਸਟੱਡੀ ਨੂੰ ਕੰਟੀਨਿਊ ਕਰਨਗੇ, ਠੀਕ ਹੈ। ਤਾਂ ਹਾਲੇ ਤੱਕ ਸਟੱਡੀ ਮਟੀਰੀਅਲ ਇੱਦਾਂ ਦੇ ਬਹੁਤ ਸਾਰੇ ਏਰੀਆ ਨੇ ਜਿੱਥੇ ਚੰਗੇ ਤਰੀਕੇ ਨਾਲ ਨਹੀਂ ਪਹੁੰਚ ਪਾ ਰਿਹਾ, ਠੀਕ ਹੈ ਜੀ, ਜਿਹਦੇ ਕਰਕੇ ਉਹਨਾਂ ਦੀ ਜੋ ਲੈਂਗੁਏਜ ਆ ਉਹ ਨਹੀਂ ਸਿੱਖ ਪਾ ਰਹੇ। 6 ਦੀ ਅਗਰ ਆਪਾਂ ਗੱਲ ਕਰੀਏ, 6 ਪੁਆਇੰਟ ਸਾਡੇ ਸਾਹਮਣੇ ਹੈ, ਲੈਕ ਆਫ ਟੀਚਿੰਗ ਏਡਸ। ਟੀਚਿੰਗ ਏਡਸ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਨੋ ਡਾਊਟ, ਬਟ ਉਹਨਾਂ ਦਾ ਯੂਜ਼ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਕਿ ਬਹੁਤ ਸਾਰੇ ਅਗਰ ਗਵਰਨਮੈਂਟ ਸਕੂਲ ਜਾਂ ਪ੍ਰਾਈਵੇਟ ਸਕੂਲ, ਕਿਸੇ ਵੀ ਤਰ੍ਹਾਂ ਦੇ ਸਕੂਲ ਦੀ ਤੁਸੀਂ ਗੱਲ ਲੈ ਲਓ, ਉੱਥੇ ਕੀ ਹੁੰਦਾ ਜਦੋਂ ਆਪਾਂ ਟੀਚਿੰਗ ਏਡਸ ਨੂੰ ਯੂਜ਼ ਕਰਦੇ ਹਾਂ ਤਾਂ ਬੱਚੇ ਮੋਟੀਵੇਟ ਹੁੰਦੇ ਨੇ। ਤੁਸੀਂ ਕਲਾਸ ਦੇ ਵਿੱਚ ਜਦੋਂ ਜਾਓਗੇ ਤੁਹਾਡੇ ਹੱਥ ਦੇ ਵਿੱਚ ਕੋਈ ਬਾਕਸ ਹੈ ਤਾਂ ਉਸ ਬਾਕਸ ਨੂੰ ਦੇਖ ਕੇ ਬੱਚੇ ਬਹੁਤ ਜ਼ਿਆਦਾ ਐਕਸਾਈਟਡ, ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਕਿ ਅੱਜ ਕੀ ਹੋਣਾ ਹੈ ਕੀ ਨਹੀਂ ਹੋਣਾ, ਬਟ ਐਜ਼ ਅ ਟੀਚਰ ਜੋ ਤੁਸੀਂ ਐਂਟਰ ਕਰਦੇ ਹੋ ਵਿਦ ਦ ਬਾਕਸ ਜਾਂ ਵਿਦ ਕੁਛ ਤੁਹਾਡੇ ਕੋਲ ਮਟੀਰੀਅਲ ਹੈ, ਟੀਚਿੰਗ ਏਡਸ ਨੇ ਜਾਂ ਕੁਛ ਵੀ ਤੁਹਾਡੇ ਹੱਥ ਦੇ ਵਿੱਚ ਹੈ, ਤਾਂ ਬੱਚੇ ਬਹੁਤ ਜ਼ਿਆਦਾ ਐਕਸਾਈਟਡ ਹੁੰਦੇ ਨੇ। ਸਭ ਤੋਂ ਪਹਿਲਾ ਕੁਐਸਚਨ ਇਹਨਾਂ ਦਾ ਇਹ ਹੁੰਦਾ ਕਿ ਮੈਮ ਅੱਜ ਆਪਾਂ ਕੀ ਕਰਾਂਗੇ ਔਰ ਇਸ ਬਾਕਸ ਦੇ ਵਿੱਚ ਕੀ ਹੈ, ਠੀਕ ਹੈ। ਤਾਂ ਮਤਲਬ ਉਹਨਾਂ ਨੂੰ ਹਾਲੇ ਕੁਛ ਪਤਾ ਵੀ ਨਹੀਂ ਕਿ ਤੁਸੀਂ ਕੀ ਕਰਵਾ ਰਹੇ ਹੋ ਜਾਂ ਕੀ ਨਹੀਂ, ਬਟ ਫਿਰ ਵੀ ਉਹ ਬਹੁਤ ਜ਼ਿਆਦਾ ਐਕਸਾਈਟਡ ਹੋ ਜਾਂਦੇ ਨੇ ਕਿ ਅੱਜ ਆਪਾਂ ਕੀ ਸਿੱਖਣਾ, ਇਸ ਬਾਕਸ ਦੇ ਵਿੱਚ ਕੀ ਹੈ। ਤਾਂ ਉਸ ਤਰੀਕੇ ਨਾਲ ਮਤਲਬ ਟੀਚਿੰਗ ਏਡਸ ਜਦੋਂ ਆਪਾਂ ਯੂਜ਼ ਕਰਦੇ ਤਾਂ ਬੱਚੇ ਰੀਅਲ ਲਾਈਫ ਨਾਲ ਥੋੜ੍ਹਾ ਰਿਲੇਟ ਹੋ ਕੇ ਜਦੋਂ ਸਿੱਖਦੇ ਨੇ, ਸਾਹਮਣੇ ਦੇਖ ਕੇ ਜਦੋਂ ਸਿੱਖਦੇ ਨੇ, ਪਹਿਲੀ ਗੱਲ ਤਾਂ ਕਦੇ ਵੀ ਭੁੱਲਦੇ ਨਹੀਂ। ਦੂਸਰੀ ਗੱਲ, ਉਹਨਾਂ ਦਾ ਇੰਟਰਸਟ ਔਰ ਮੋਟੀਵੇਸ਼ਨ ਇੰਨਾ ਕੁ ਹੋ ਜਾਂਦਾ ਹੈ ਕਿ ਜਦੋਂ ਉਹਨਾਂ ਦਾ ਇੰਟਰਸਟ ਵੱਧ ਗਿਆ ਤਾਂ ਉਹ ਸਿੱਖਣਗੇ, ਨੋ ਡਾਊਟ, ਮੋਟੀਵੇਟ ਹੋ ਗਏ ਤਾਂ ਉਹ ਸਿੱਖਣਗੇ, ਠੀਕ ਹੈ ਜੀ। ਔਰ ਸਭ ਤੋਂ ਵੱਡੀ ਗੱਲ, ਜਦੋਂ ਸੈਂਸ ਔਰਗਨਸ ਨੇ ਆਪਾਂ ਦੇਖ ਕੇ, ਹੁਣ ਟੀਚਿੰਗ ਏਡਸ ਦੇ ਵਿੱਚ ਕੀ ਹੁੰਦਾ, ਤੁਸੀਂ ਉਹਨਾਂ ਨੂੰ ਕੁਝ ਸਮਝਾਓਗੇ, ਜਦ ਬੱਚੇ ਦੇਖਣਗੇ, ਅਗਰ ਕੋਈ ਆਡੀਓ ਵਾਲਾ ਕੋਈ ਟੀਚਿੰਗ ਏਡ ਹੈ ਤਾਂ ਉਹ ਸੁਣਨਗੇ, ਠੀਕ ਹੈ। ਆਡੀਓ ਵਿਜ਼ੂਅਲ ਹੈ ਤਾਂ ਦੇਖ ਕੇ ਸੁਣ ਕੇ, ਜੋ ਬਹੁਤ ਸਾਰੇ ਸਾਇੰਸ ਦੇ ਪ੍ਰੋਜੈਕਟਸ ਹੁੰਦੇ ਨੇ ਜਿਹਦੇ ਵਿੱਚ ਆਪਾਂ ਸਕਿਨ 'ਤੇ ਟੱਚ ਕਰਕੇ, ਠੀਕ ਹੈ, ਫੀਲ ਕਰਕੇ ਜਾਂ ਸਮੈਲ ਕਰਕੇ, ਬਹੁਤ ਸਾਰੇ ਮਤਲਬ ਆਪਣੀ ਜੋ 5 ਸੈਂਸ ਔਰਗਨਸ ਨੇ ਉਹਨਾਂ ਨੂੰ ਯੂਜ਼ ਕਰਨ ਦੀ ਜੋ ਆਪਣੀ ਆਪਾਂ ਕਹਿ ਸਕਦੇ ਹਾਂ ਕਿ ਯੋਗਤਾ ਹੈ ਉਹ ਵੱਧਦੀ ਹੈ, ਠੀਕ ਹੈ, ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਯੂਜ਼ ਕਰਕੇ ਅੱਛੇ ਤਰੀਕੇ ਨਾਲ ਸਿੱਖ ਸਕਦੇ ਹਾਂ। ਤਾਂ 5 ਸੈਂਸ ਔਰਗਨਸ ਨੂੰ ਜਦੋਂ ਯੂਜ਼ ਕਰਕੇ ਬੱਚਾ ਸਿੱਖਦਾ ਤਾਂ ਉਸਦੀ ਕੁਆਲਿਟੀ ਜੋ ਹੈ ਸਿੱਖਣ ਦੀ ਉਹ ਵੱਧਦੀ ਹੈ, ਠੀਕ ਹੈ। ਤਾਂ ਯੂਜ਼ ਆਫ ਟੀਚਿੰਗ ਏਡ ਜਿੱਥੇ ਘੱਟ ਹੈ ਉੱਥੇ ਆਪਾਂ ਨੂੰ ਇਹ ਚੀਜ਼ ਸਿੱਖਣ ਨੂੰ ਦੇਖਣ ਨੂੰ ਮਿਲੇਗੀ, ਠੀਕ ਹੈ। ਨੈਕਸਟ ਅਗਰ ਗੱਲ ਕਰੀਏ ਤਾਂ ਲੈਂਗੁਏਜ ਟੀਚਿੰਗ ਦੇ ਵਿੱਚ ਵੀ ਅਗਰ ਗੱਲ ਕਰੀਏ ਤਾਂ ਟੀਚਿੰਗ ਏਡਸ ਨੂੰ ਯੂਜ਼ ਕਰਨਾ ਬਹੁਤ ਜ਼ਰੂਰੀ ਹੈ। 7th ਆਪਾਂ ਦੇਖ ਪਾ ਰਹੇ ਹਾਂ, ਰੀਡਿੰਗ ਹੈਬਿਟਸ ਨੇ ਜੋ ਗਲਤ ਨੇ, ਠੀਕ ਹੈ। ਰੀਡਿੰਗ ਹੈਬਿਟਸ ਗਲਤ ਨੇ ਦਾ ਮਤਲਬ ਕੀ ਹੈ, ਹੁਣ ਰੀਡਿੰਗ ਹੈਬਿਟਸ ਕੀ ਹੁੰਦੀਆਂ ਨੇ, ਬਹੁਤ ਸਾਰੇ ਬੱਚੇ ਨੇ ਅਲੱਗ-ਅਲੱਗ ਵੇ ਨਾਲ ਪੜ੍ਹਦੇ ਨੇ। ਕੁਛ ਬੱਚੇ ਇਸ ਤਰੀਕੇ ਨਾਲ ਪੜ੍ਹਦੇ ਨੇ ਕਿ ਫਿੰਗਰ ਵਰਡ ਟੂ ਵਰਡ, ਠੀਕ ਹੈ। ਆਪਾਂ ਹੁਣ ਅਗਰ ਗੱਲ ਕਰੀਏ ਕਿ ਇਕੱਲੇ ਵਰਡ ਦੇ ਉੱਪਰ ਫਿੰਗਰ ਰੱਖ ਕੇ ਪੜ੍ਹਦੇ ਨੇ, ਤਾਂ ਉਹਨਾਂ ਬੱਚਿਆਂ ਦਾ ਕੌਨਸਨਟ੍ਰੇਸ਼ਨ ਇਹ ਹੁੰਦਾ ਕਿ ਇਸ ਵਰਡ ਤੋਂ ਬਾਅਦ ਇਹ ਵਾਲਾ ਵਰਡ ਆਏਗਾ ਔਰ ਇਸ ਵਰਡ ਤੋਂ ਬਾਅਦ ਇਹ ਵਾਲਾ ਵਰਡ ਆਏਗਾ। ਉਹਨਾਂ ਦਾ ਕਨਸਨਟ੍ਰੇਸ਼ਨ ਇਸ ਚੀਜ਼ ਵੱਲ ਨਹੀਂ ਹੁੰਦਾ ਕਿ ਇਸ ਵਰਡ ਦਾ ਮਤਲਬ ਕੀ ਹੈ, ਜਿਸ ਲਾਈਨ ਦਾ ਮਤਲਬ ਕੀ ਨਿਕਲ ਕੇ ਆਏਗਾ। ਉਹਨਾਂ ਦਾ ਕਨਸਨਟ੍ਰੇਸ਼ਨ ਕੀ ਲਿਖਿਆ ਹੋਇਆ ਉਸ ਦੀ ਬਜਾਏ ਇਸ ਵਰਡ ਤੋਂ ਬਾਅਦ ਕਿਹੜਾ ਵਰਡ ਆਏਗਾ ਉਹ ਮੈਨੇ ਪੜ੍ਹਨਾ, ਉਸ ਵੱਲ ਹੁੰਦਾ, ਜੋ ਕਿ ਇੱਕ ਰੋਂਗ ਮੈਥਡ ਹੈ, ਠੀਕ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ, ਜਿਵੇਂ ਕਿ ਤੁਸੀਂ ਲਗਾ ਸਕਦੇ ਹੋ ਕਿ ਸ਼ੁਰੂ ਤੋਂ ਹੀ ਅਗਰ ਬੱਚੇ ਦੇ ਸਾਹਮਣੇ ਕੋਈ ਵਰਡ ਹੈ ਉਹ ਰੋਂਗ ਪ੍ਰੋਨਾਊਂਸ ਕੀਤਾ ਜਾ ਰਿਹਾ ਹੈ, ਠੀਕ ਹੈ, ਮਤਲਬ ਉਹ ਗਲਤ ਪੜ੍ਹ ਰਿਹਾ, ਤੁਸੀਂ ਉਸਨੂੰ ਜਾ ਕੇ ਸਮਝਾਓਗੇ ਤਾਂ ਇਹ ਵੀ ਕਿਤੇ ਨਾ ਕਿਤੇ ਤੁਹਾਡੇ ਲਈ ਚੈਲੰਜ ਹੋ ਜਾਂਦਾ, ਕਿਉਂਕਿ ਉਸ ਇੱਕ ਆਦਤ ਨੂੰ ਚੇਂਜ ਕਰਨਾ ਇੱਕ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਡਿਫਿਕਲਟ ਜਿਹਾ ਕੰਮ ਹੁੰਦਾ ਕਿਸੇ ਦੀ ਆਦਤ ਨੂੰ ਚੇਂਜ ਕਰਨਾ। ਤਾਂ ਇਸ ਤਰੀਕੇ ਨਾਲ ਜੋ ਰੋਂਗ ਹੈਬਿਟਸ ਨੇ ਪੜ੍ਹਨ ਦੀਆਂ ਉਹ ਵੀ ਇੱਕ ਬਹੁਤ ਵੱਡਾ ਚੈਲੰਜ ਹੁੰਦੀਆਂ ਨੇ ਕਿਹਦੇ ਵਿੱਚ, ਇੰਗਲਿਸ਼ ਲੈਂਗੁਏਜ ਟੀਚਿੰਗ ਦੇ ਵਿੱਚ, ਠੀਕ ਹੈ। ਨੈਕਸਟ ਅਗਰ ਗੱਲ ਕਰੀਏ, 8th ਪੁਆਇੰਟ ਤੁਸੀਂ ਦੇਖ ਪਾ ਰਹੇ ਹੋ, ਅਨਹਾਈਜੀਨਿਕ ਫਿਜ਼ੀਕਲ ਕੰਡੀਸ਼ਨਸ, ਠੀਕ ਹੈ। ਆਪਣਾ ਇਨਵਾਇਰਮੈਂਟ ਕੀ ਹੈ ਜਿਹਦੇ ਵਿੱਚ ਬੈਠ ਕੇ ਆਪਾਂ ਪੜ੍ਹ ਰਹੇ ਹਾਂ ਜਾਂ ਪੜ੍ਹਾ ਰਹੇ ਹਾਂ, ਦੈਟ ਇਜ਼ ਮੋਰ ਇੰਪੋਰਟੈਂਟ, ਠੀਕ ਹੈ। ਫੋਰ ਐਗਜ਼ਾਮਪਲ, ਤੁਸੀਂ ਕਲਾਸ ਦੇ ਵਿੱਚ ਜਾ ਕੇ ਟੀਚ ਕਰ ਰਹੇ ਹੋ, ਬਟ ਜਿਹੜੀ ਕਲਾਸ ਦੇ ਵਿੱਚ ਜਾ ਕੇ ਤੁਸੀਂ ਟੀਚ ਕਰ ਰਹੇ ਹੋ ਗਰਮੀਆਂ ਦੇ ਮੌਸਮ ਦੇ ਵਿੱਚ, ਅਗਰ ਉਸ ਕਲਾਸ ਦਾ ਫੈਨ ਹੀ ਨਹੀਂ ਚੱਲਦਾ, ਉਸ ਕਲਾਸ ਦਾ ਪੱਖਾ ਹੀ ਨਹੀਂ ਚੱਲਦਾ, ਤਾਂ ਗਰਮੀ ਦੇ ਕਾਰਨ ਨਾ ਤੁਸੀਂ ਨਾ ਹੀ ਸਟੂਡੈਂਟਸ ਕੰਸਨਟਰੇਟ ਕਰ ਪਾਉਂਗੇ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਰਵਾ ਰਹੇ ਹੋ, ਬੱਚੇ ਵੀ ਬਹੁਤ ਵਧੀਆ ਤਰੀਕੇ ਨਾਲ ਇੰਟਰਸਟਡ ਨੇ, ਬਟ ਅਗਰ ਉੱਥੇ ਗਰਮੀ ਹੈ ਤਾਂ ਕਿਤੇ ਨਾ ਕਿਤੇ ਜੋ ਲਿੰਕ ਹੈ ਉਹ ਟੁੱਟ ਜਾਏਗਾ, ਕਿਉਂਕਿ ਬੱਚੇ ਅਨਕੰਫਰਟੇਬਲ ਨੇ, ਜਿਹਦੇ ਕਰਕੇ ਉਹ ਨਹੀਂ ਸਿੱਖ ਪਾ ਰਹੇ, ਉਹ ਚਾਹ ਕੇ ਵੀ ਨਹੀਂ ਸਿੱਖ ਪਾ ਰਹੇ, ਠੀਕ ਹੈ। ਲਾਈਟ ਨਹੀਂ ਹੁੰਦੀ, ਬੈਂਚਿਸ ਨਹੀਂ ਅੱਛੀ ਕੰਡੀਸ਼ਨ ਦੇ ਵਿੱਚ ਅਵੇਲੇਬਲ ਹੁੰਦੇ, ਵਾਈਟ ਜਾਂ ਬਲੈਕ ਬੋਰਡ ਜਿਹਦੇ ਉੱਪਰ ਤੁਸੀਂ ਕੰਮ ਕਰਵਾਉਣਾ ਉਹੀ ਨਹੀਂ ਸਹੀ ਹੈਗਾ, ਤਾਂ ਤੁਸੀਂ ਕੰਮ ਕਿਸ ਤਰੀਕੇ ਨਾਲ ਕਰਵਾਓਗੇ। ਪਾਣੀ ਨਹੀਂ ਸਾਫ਼ ਹੁੰਦਾ, ਅਗਰ ਪਾਣੀ ਨਹੀਂ ਸਾਫ਼ ਹੋਏਗਾ ਤਾਂ ਬੱਚੇ ਗੰਦਾ ਪਾਣੀ ਪੀ ਕੇ ਅਨਹਾਈਜੀਨਿਕ ਤਰੀਕੇ ਨਾਲ ਅਗਰ ਉਹ ਪਾਣੀ ਯੂਜ਼ ਕਰ ਰਹੇ ਨੇ ਜਾਂ ਕਿਵੇਂ ਵੀ, ਤਾਂ ਉਹਨਾਂ ਦੀ ਹੈਲਥ 'ਤੇ ਕੀ ਹੁੰਦੇ ਹੈ,
ਇਫੈਕਟਸ ਪੈਂਦੇ ਆ, ਜਿਹਦੇ ਕਰਕੇ ਕੀ ਹੁੰਦਾ ਉਹ ਆਪਣੀ ਕੰਟੀਨਿਊਲੀ ਸਟੱਡੀ ਹੈ ਜਿਹੜੀ ਕੰਟੀਨਿਊਸਲੀ ਹੈ ਉਹ ਉਸ ਵੇ ਨਾਲ ਨਹੀਂ ਕਰ ਪਾਉਂਦੇ, ਕਿਉਂਕਿ ਅਗਰ ਹੈਲਥ ਅੱਛੀ ਨਹੀਂ ਹੋਏਗੀ ਤਾਂ ਬੱਚਾ ਸਟੱਡੀ ਨਹੀਂ ਕਰ ਪਾਏਗਾ, ਨੋ ਡਾਊਟ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦਾ ਆਪਣੀ ਜੋ ਫਿਜ਼ੀਕਲ ਕੰਡੀਸ਼ਨਸ ਨੇ ਉਹ ਬਿਲਕੁਲ ਸਹੀ ਹੋਣੀਆਂ ਚਾਹੀਦੀਆਂ ਨੇ। ਅੱਜ ਦੇ ਟਾਈਮ ਦੇ ਵਿੱਚ ਅੱਛੀਆਂ ਹੋ ਰਹੀਆਂ ਨੇ, ਬਟ ਇੱਕ ਟਾਈਮ ਸੀ ਜਦੋਂ ਇਹ ਸਾਰੀਆਂ ਪ੍ਰੋਬਲਮਸ ਹਰ ਇੱਕ ਸਕੂਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਸੀ। ਠੀਕ ਹੈ, ਲਾਈਟ ਨਹੀਂ ਹੁੰਦੀ ਸੀ, ਬੈਂਚਸ ਅੱਛੀ ਕੰਡੀਸ਼ਨ ਦੇ ਵਿੱਚ ਨਹੀਂ ਹੁੰਦੇ ਸੀ, ਟੁੱਟੇ ਹੋਏ ਹੁੰਦੇ ਸੀ, ਜਾਂ ਹੋਰ ਵੀ ਇੱਦਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ। ਠੀਕ ਹੈ, ਤਾਂ ਮਤਲਬ ਸਹੀ ਕੰਡੀਸ਼ਨ ਹੋਣੀ ਜ਼ਰੂਰੀ ਹੈ ਜਿੱਥੇ ਬੱਚੇ ਕੰਫਰਟੇਬਲ ਹੋ ਕੇ ਬੈਠ ਸਕਣ। ਸਰਦੀਆਂ ਦੇ ਵਿੱਚ ਅਗਰ ਜ਼ਿਆਦਾ ਸਰਦੀ ਲੱਗ ਰਹੀ ਹੈ ਦੈਨ ਹਾਊ, ਠੀਕ ਹੈ, ਬੱਚੇ ਸਰਦੀ ਲੱਗ ਰਹੀ ਹੈ ਉਹਨਾਂ ਨੂੰ ਉਹ ਕੰਸਨਟਰੇਟ ਨਹੀਂ ਕਰ ਪਾਉਣਗੇ, ਗਰਮੀਆਂ ਦੇ ਵਿੱਚ ਪੱਖਾ ਨਹੀਂ ਚੱਲ ਰਿਹਾ ਤਾਂ ਕੰਸਨਟਰੇਟ ਨਹੀਂ ਕਰ ਪਾਉਣਗੇ। ਠੀਕ ਹੈ, ਉਹ ਸਾਰਾ ਕੁਛ। 9th ਪੁਆਇੰਟ ਤੁਸੀਂ ਦੇਖ ਪਾ ਰਹੇ ਹੋ ਸਕੂਲ ਇਨਵਾਇਰਮੈਂਟ। ਸਕੂਲ ਇਨਵਾਇਰਮੈਂਟ ਕੀ ਹੋਣਾ ਚਾਹੀਦਾ, ਅੱਛਾ ਹੋਣਾ ਚਾਹੀਦਾ। ਉਹ ਇਨਵਾਇਰਮੈਂਟ ਜਿਹਦੇ ਵਿੱਚ ਬੈਠ ਕੇ ਤੁਸੀਂ ਪੜ੍ਹਾ ਰਹੇ ਹੋ, ਬੱਚੇ ਪੜ੍ਹ ਰਹੇ ਨੇ, ਉਹ ਕਿਵੇਂ ਦਾ ਹੋਣਾ ਚਾਹੀਦਾ। ਠੀਕ ਹੈ, ਹੁਣ ਆਪਣਾ ਅਗਰ ਸਕੂਲ ਇਹਦੇ ਵਿੱਚ ਦੇਖੋ ਤੁਸੀਂ ਕੀ ਕਰ ਸਕਦੇ ਹੋ, ਆਪਣਾ ਇਨਵਾਇਰਮੈਂਟ ਇਸ ਤਰੀਕੇ ਦਾ ਹੋਣਾ ਚਾਹੀਦਾ, ਥੋੜ੍ਹਾ ਫਰੈਂਡਲੀ ਟਾਈਪ ਦਾ ਹੋਣਾ ਚਾਹੀਦਾ, ਤਾਂ ਕਿ ਬੱਚੇ ਈਜ਼ੀਲੀ ਆਪਣੇ ਨਾਲ ਕੰਫਰਟ ਲੈਵਲ ਦੇ ਵਿੱਚ ਆ ਕੇ ਆਪਣੇ ਨਾਲ ਸਿੱਖਣ ਦੀ ਕੋਸ਼ਿਸ਼ ਕਰ ਸਕਣ। ਠੀਕ ਹੈ, ਟੀਚਰ ਜੋ ਆਪਣਾ ਇੱਥੇ ਆਪਾਂ ਕਹਿ ਸਕਦੇ ਇੱਕ ਇੱਕ ਅੱਛਾ ਇਨਵਾਇਰਮੈਂਟ ਜੋ ਪ੍ਰੋਵਾਈਡ ਕਰਵਾਉਣਾ ਚਾਹੀਦਾ। ਜਿਵੇਂ ਕਿ ਅਗਰ ਤੁਸੀਂ ਇੰਗਲਿਸ਼ ਸਿਖਾ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਹਾਡਾ ਮਾਹੌਲ ਇਸ ਤਰੀਕੇ ਦਾ ਹੋਵੇ ਕਿ ਬੱਚੇ ਇੰਗਲਿਸ਼ ਸਿੱਖਣ, ਇੱਕ ਨੈਚੁਰਲ ਜਿਹਾ ਉੱਥੇ ਇੱਕ ਇਨਵਾਇਰਮੈਂਟ ਬਣੇ, ਉਹਦੇ ਵਿੱਚ ਬੱਚੇ ਇੰਗਲਿਸ਼ ਸਿੱਖਣ। ਠੀਕ ਹੈ, ਜੋ ਕਿ ਥੋੜ੍ਹਾ ਡਿਫੀਕਲਟ ਹੈ ਬਟ ਇਹ ਕੀਤਾ ਜਾ ਸਕਦਾ ਹੈ ਔਰ ਕਰਨਾ ਵੀ ਜ਼ਰੂਰੀ ਹੈ। ਠੀਕ ਹੈ, ਤਾਂ ਥੋੜ੍ਹੇ ਚੇਂਜਸ ਕਰਨ ਦੀ ਜ਼ਰੂਰਤ ਹੁੰਦੀ ਹੈ। ਨੈਕਸਟ ਅਗਰ ਗੱਲ ਕਰੀਏ 10th ਪੁਆਇੰਟ ਆਪਾਂ ਦੇਖ ਪਾ ਰਹੇ ਹਾਂ ਲੈਕ ਆਫ। ਹੁਣ ਇਹਦੇ ਵਿੱਚ ਦੇਖੋ ਕੀ ਹੈ, 10th ਪੁਆਇੰਟ ਦੇ ਵਿੱਚ ਇੰਪੋਰਟੈਂਟ ਵੀ ਹੈ, ਅਗਰ ਟੀਚਰਸ ਖੁਦ ਹੀ ਅੱਛੇ ਤਰੀਕੇ ਨਾਲ ਉਸ ਸਬਜੈਕਟ ਦੇ ਵਿੱਚ ਮਾਹਿਰ ਨਹੀਂ ਹੈ ਜੋ ਸਬਜੈਕਟ ਉਹ ਟੀਚ ਕਰ ਰਿਹਾ। ਆਪਾਂ ਇੰਗਲਿਸ਼ ਲੈਂਗੁਏਜ ਟੀਚ ਕਰ ਰਹੇ ਹਾਂ, ਅਗਰ ਆਪਾਂ ਖੁਦ ਹੀ ਇੰਗਲਿਸ਼ ਦੇ ਵਿੱਚ ਮਾਹਿਰ ਨਹੀਂ, ਆਪਾਂ ਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਇਸ ਨੂੰ ਆਪਾਂ ਕਿਵੇਂ ਰੈਗੂਲਰ ਲਾਈਫ ਦੇ ਵਿੱਚ ਯੂਜ਼ ਕਰ ਸਕਦੇ, ਜਾਂ ਆਪਾਂ ਨੂੰ ਖੁਦ ਹੀ ਬਹੁਤ ਸਾਰੇ ਡਾਊਟਸ ਨੇ, ਤਾਂ ਕੀ ਆਪਾਂ ਬੱਚੇ ਨੂੰ ਸਿਖਾ ਪਾਵਾਂਗੇ। ਠੀਕ ਹੈ, ਅਗਰ ਟੀਚਰ ਨੂੰ ਖੁਦ ਨੂੰ ਪਤਾ ਹੈ ਲਿਸਨਿੰਗ, ਰੀਡਿੰਗ, ਸਪੀਕਿੰਗ, ਰਾਈਟਿੰਗ ਹਰ ਇੱਕ ਚੀਜ਼ ਬਾਰੇ ਹਰ ਇੱਕ ਡਾਊਟ ਕਲੀਅਰ ਹੈ। ਠੀਕ ਹੈ, ਆਪਾਂ ਕਹਿ ਸਕਦੇ ਕਿ ਪੂਰਾ ਮਾਹਿਰ ਹੈ ਉਸ ਸਬਜੈਕਟ ਦੇ ਵਿੱਚ ਔਰ ਉਹ ਬੱਚਿਆਂ ਨੂੰ ਸਿਖਾ ਰਿਹਾ, ਦੈਨ ਦੈਟ ਇਜ਼ ਗੁੱਡ। ਬਟ ਆਪਣੇ ਇੱਥੇ ਕੀ ਹੁੰਦਾ ਇਸ ਚੀਜ਼ ਦੀ ਆਪਾਂ ਨੂੰ ਕਮੀ ਪਾਈ ਜਾਂਦੀ ਹੈ। ਠੀਕ ਹੈ, ਟੀਚਰਸ ਖੁਦ ਹੀ ਅੱਛੇ ਨਹੀਂ ਹੁੰਦੇ, ਮਤਲਬ ਆਪਾਂ ਐਂ ਨਹੀਂ ਕਹਿ ਰਹੇ ਬਹੁਤ ਸਾਰੇ ਟੀਚਰ ਬਹੁਤ ਜ਼ਿਆਦਾ ਵਧੀਆ ਹੁੰਦੇ ਆ, ਬਟ ਮੋਸਟਲੀ ਆਪਾਂ ਦੇਖਦੇ ਕਿ ਕਮੀ ਹੋਣ ਕਰਕੇ ਟੀਚਰਸ ਦੀ ਕੀ ਹੁੰਦਾ ਇੱਕ ਸਬਜੈਕਟ ਦੇ ਟੀਚਰ ਨੂੰ ਦੂਸਰਾ ਸਬਜੈਕਟ ਦੇ ਦਿੱਤਾ ਜਾਂਦਾ ਹੈ। ਠੀਕ ਹੈ, ਆਮ ਸਕੂਲਾਂ ਦੇ ਵਿੱਚ ਦੇਖਣ ਨੂੰ ਮਿਲਦਾ, ਜਿਹਦੇ ਕਰਕੇ ਉਸ ਮਾਹਿਰ ਸਬਜੈਕਟ ਦੇ ਵਿੱਚ ਨਿਪੁੰਨਤਾ ਹੈ ਹੀ ਨਹੀਂ ਆਪਾਂ ਨੂੰ, ਤਾਂ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਟੀਚ ਕਿਵੇਂ ਕਰਾਂਗੇ। ਠੀਕ ਹੈ, ਤਾਂ ਉੱਥੇ ਇੱਕ ਕਮੀ ਆ ਜਾਂਦੀ ਹੈ ਅੱਛੇ ਟੀਚਰਸ ਦੀ। ਫੋਲਟ ਐਗਜ਼ਾਮੀਨੇਸ਼ਨ ਮੈਥਡ ਦੇ ਵਿੱਚ ਵੀ ਫੋਲਟ ਹੈ। ਦੇਖੋ ਐਗਜ਼ਾਮੀਨੇਸ਼ਨ ਮੈਥਡ ਦੇ ਵਿੱਚ ਵੀ ਮੇਨ ਫੋਕਸ, ਅਗਰ ਐਗਜ਼ਾਮੀਨੇਸ਼ਨ ਆਪਾਂ ਫੋਰ ਐਗਜ਼ਾਮਪਲ ਆਪਾਂ ਆਇਲਸ ਐਗਜ਼ਾਮਪਲ ਲੈ ਲੈਂਦੇ ਹਾਂ। ਆਇਲਸ ਸਭ ਨੂੰ ਪਤਾ ਕੀ ਹੁੰਦੀ ਹੈ, ਉਹਦੇ ਵਿੱਚ ਕੀ ਹੁੰਦਾ ਆਪਣੇ ਚਾਰੋਂ ਸਕਿੱਲਸ ਦੇ ਉੱਪਰ ਪ੍ਰੋਪਰ ਕੰਸਨਟਰੇਟ ਕੀਤਾ ਜਾਂਦਾ ਹੈ, ਲਿਸਨਿੰਗ ਦੇ ਉੱਪਰ ਵੀ, ਸਪੀਕਿੰਗ ਦੇ ਉੱਪਰ ਵੀ, ਰੀਡਿੰਗ ਦੇ ਉੱਪਰ ਵੀ, ਰਾਈਟਿੰਗ ਦੇ ਉੱਪਰ ਵੀ। ਇਹਦਾ ਮਤਲਬ ਹੁੰਦਾ ਕਿ ਆਪਾਂ ਇੰਗਲਿਸ਼ ਸਿੱਖ ਰਹੇ ਹਾਂ ਤਾਂ ਆਪਣੇ ਚਾਰੋਂ ਸਕਿੱਲਸ ਅੱਛੇ ਹੋਣੇ ਚਾਹੀਦੇ ਨੇ, ਲਿਸਨਿੰਗ ਵੀ, ਸਪੀਕਿੰਗ ਵੀ, ਰੀਡਿੰਗ ਵੀ ਔਰ ਰਾਈਟਿੰਗ ਵੀ। ਬਟ ਇਹੀ ਚੀਜ਼ ਆਪਾਂ ਨੂੰ ਸਕੂਲ ਐਗਜ਼ਾਮੀਨੇਸ਼ਨ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਸਕੂਲ ਐਗਜ਼ਾਮੀਨੇਸ਼ਨ ਦੇ ਵਿੱਚ ਬੱਚੇ ਤੋਂ ਰੀਡ ਕਰਵਾ ਕੇ ਦੇਖਿਆ ਜਾਂਦਾ, ਬੱਚੇ ਤੋਂ ਰਾਈਟ ਕਰਵਾ ਕੇ ਦੇਖਿਆ ਜਾਂਦਾ। ਬਹੁਤ ਤਾਂ ਇੱਦਾਂ ਦਾ ਹੁੰਦਾ ਕਿ ਜਸਟ ਬਹੁਤ ਸਾਰੇ ਸਟੂਡੈਂਟ ਨੂੰ ਇੱਦਾਂ ਹੁੰਦਾ ਕਿ ਹਾਂਜੀ ਅਸੀਂ ਜਸਟ ਪਾਸ ਹੋਣਾ, ਤਾਂ ਉਹ ਥੋੜ੍ਹਾ ਰੱਟਾ ਲਗਾ ਲੈਂਦੇ ਨੇ ਕਿ ਅਸੀਂ ਸਿਰਫ ਐਗਜ਼ਾਮ ਦੇ ਵਿੱਚੋਂ ਹੀ ਪਾਸ ਹੋਣਾ ਹੈ। ਠੀਕ ਹੈ, ਤਾਂ ਜਿਹਦੇ ਕਰਕੇ ਉਹ ਸਿਰਫ ਰੀਡਿੰਗ ਰਾਈਟਿੰਗ ਉਹ ਵੀ ਕਈ ਵਾਰੀ ਕ੍ਰੈਮ ਵਗੈਰਾ ਕਰਕੇ ਰੱਟਾ ਵਗੈਰਾ ਲਗਾ ਕੇ, ਠੀਕ ਹੈ, ਬਟ ਉਹਨਾਂ ਦੀ ਲਿਸਨਿੰਗ ਸਪੀਕਿੰਗ ਜੋ ਸਕਿੱਲਸ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਠੀਕ ਹੈ, ਤਾਂ ਇਹ ਇੱਕ ਬਹੁਤ ਵੱਡਾ ਫੋਲਟ ਹੈ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। 12th ਦੀ ਅਗਰ ਆਪਾਂ ਗੱਲ ਕਰੀਏ 12th ਪੁਆਇੰਟ ਅਗਰ ਆਪਾਂ ਦੇਖੀਏ ਲਰਨਰ ਦੀ ਅਬਿਲਿਟੀ ਜੋ ਕਿ ਬਹੁਤ ਜ਼ਰੂਰੀ ਹੈ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਇੱਕ ਚੀਜ਼ ਦੇਖ ਪਾ ਰਹੇ ਹਾਂ, ਜਿਹੜੀ ਲਰਨਰ ਦੀ ਅਬਿਲਿਟੀ ਹੁੰਦੀ ਹੈ ਉਹ ਕੀ ਹੁੰਦੀ ਹੈ, ਅਲੱਗ ਅਲੱਗ ਹੁੰਦੀ ਹੈ। ਜਿਵੇਂ ਕਿ ਆਪਾਂ ਗੱਲ ਕੀਤੀ ਸੀ ਕਿ ਕਲਾਸ ਦੇ ਵਿੱਚ ਅਗਰ 30 ਸਟੂਡੈਂਟਸ ਨੇ ਜੋ ਕਿ ਹੋਣੇ ਚਾਹੀਦੇ ਨੇ, 30 ਸਟੂਡੈਂਟਸ ਨੇ, ਤਾਂ ਉਹਦੇ ਵਿੱਚ ਕੁਝ ਸਟੂਡੈਂਟ ਹੋਣਗੇ ਜੋ ਬਹੁਤ ਇੰਟੈਲੀਜੈਂਟ ਹੋਣਗੇ, ਬਹੁਤ ਜ਼ਿਆਦਾ ਸਟੂਡੈਂਟ ਇੱਦਾਂ ਦੇ ਹੋਣਗੇ ਜੋ ਐਵਰੇਜ ਹੋਣਗੇ, ਔਰ ਕੁਝ ਨੀਅਰ ਅਬਾਊਟ 1 2 3 4 ਕੁਝ ਸਟੂਡੈਂਟ ਇੱਦਾਂ ਦੇ ਵੀ ਹੋਣਗੇ ਜੋ ਵੀਕ ਹੋਣਗੇ। ਠੀਕ ਹੈ, ਨੋ ਡਾਊਟ। ਹੁਣ ਉਹਦੇ ਵਿੱਚ ਕੀ ਹੈ, ਟੀਚਰ ਨੂੰ ਹਰ ਇੱਕ ਸਟੂਡੈਂਟ ਲਈ ਹਰ ਇੱਕ ਮੈਥਡ ਅਪਲਾਈ ਕਰਨਾ ਪਏਗਾ। ਹੁਣ ਜੋ ਅਗਰ ਫੋਰ ਐਗਜ਼ਾਮਪਲ ਲੈਟ ਕਰ ਲੈਂਦੇ ਆਪਣੇ 4 ਇੱਦਾਂ ਦੇ ਸਟੂਡੈਂਟ ਨੇ ਜੋ ਅੱਛੇ ਤਰੀਕੇ ਨਾਲ ਨਹੀਂ ਸਟੱਡੀ ਕਰ ਪਾਉਂਦੇ, ਆਪਾਂ ਵੀਕ ਦੇ ਵਿੱਚ ਉਹਨਾਂ ਨੂੰ ਲਾ ਲੈਂਦੇ ਹਾਂ ਜਿਨ੍ਹਾਂ ਦਾ IQ ਲੈਵਲ ਆਪਾਂ ਕਹਿ ਸਕਦੇ ਘੱਟ ਹੈ। ਹੁਣ ਉਹਦੇ ਵਿੱਚ ਕੀ ਹੈ, ਉਹ ਹੋ ਸਕਦਾ ਚਾਰਾਂ ਨੂੰ ਅਲੱਗ ਅਲੱਗ ਵੇ ਦੇ ਵਿੱਚ, ਇੱਕ ਨੂੰ ਅਗਰ ਪ੍ਰੋਨਾਊਂਸੀਏਸ਼ਨ ਦੇ ਵਿੱਚ ਹੈ ਤਾਂ ਸੈਕਿੰਡ ਨੂੰ ਹੋ ਸਕਦਾ ਗ੍ਰਾਮਰ ਨਾਲ ਅੱਛੇ ਤਰੀਕੇ ਨਾਲ ਕਲੀਅਰ ਹੁੰਦੇ, ਕੋਈ ਵੀ ਪ੍ਰੋਬਲਮ ਹੋ ਸਕਦੀ ਹੈ। ਠੀਕ ਹੈ, ਜਿਹਦੇ ਕਰਕੇ ਉਹ ਨਹੀਂ ਅੱਛੇ ਤਰੀਕੇ ਨਾਲ ਗਰੋ ਕਰ ਪਾ ਰਹੇ, ਤਾਂ ਉਹਨਾਂ ਚਾਰਾਂ ਦੇ ਉੱਪਰ ਅਲੱਗ ਅਲੱਗ ਫੋਕਸ ਕਰਨਾ ਪਏਗਾ। ਜੋ ਐਵਰੇਜ ਸਟੂਡੈਂਟ ਨੇ ਹਰ ਇੱਕ ਬੱਚੇ ਦੀ ਕਮੀਆਂ ਨੂੰ ਪਹਿਲਾਂ ਧਿਆਨ 'ਚ ਰੱਖ ਕੇ ਹਰ ਇੱਕ ਬੱਚੇ ਵੱਲ ਧਿਆਨ ਦੇਣ ਲਈ ਉਹਨਾਂ ਨੂੰ ਹਰ ਇੱਕ ਮਤਲਬ ਸਟੂਡੈਂਟ ਦੇ ਅਕੋਰਡਿੰਗ ਚੱਲਣਾ ਪਏਗਾ, ਜਿਹਦੇ ਕਰਕੇ ਉਹਨਾਂ ਨੂੰ ਡਿਫਰੈਂਟ ਜੋ ਮੈਥਡਸ ਨੇ ਸ਼ਾਇਦ ਉਹ ਅਪਲਾਈ ਕਰਨੇ ਪੈ ਸਕਦੇ ਨੇ ਟੀਚਰਸ ਨੂੰ, ਤਾਂ ਨੋ ਡਾਊਟ। ਠੀਕ ਹੈ, ਅਤੇ ਇੱਥੇ ਆਪਾਂ ਨੇ ਕੀ ਕਿਹਾ, ਕਿਤੇ ਨਾ ਕਿਤੇ ਜੋ ਲਰਨਰ ਦੀ ਅਬਿਲਿਟੀ ਹੈ ਉਹ ਵੀ ਬਹੁਤ ਜ਼ਿਆਦਾ ਚੈਲੰਜ ਹੁੰਦੀ ਹੈ, ਇੱਕ ਗ੍ਰੇਟ ਚੈਲੰਜ ਹੁੰਦੀ ਹੈ
टीचर के लिए, क्योंकि एक लिमिटेड टाइम दे विच, ठीक है, बच्चों के उपर प्रॉपरली ध्यान देना, बच्चों के अकॉर्डिंग ध्यान देना, डिफरेंट मैथड्स नू यूज़ करके, दैट इज़ अ चैलेंज। थोड़ी डिफिकल्टी उत्थे टीचर नू आंदी है। सम चिल्ड्रन, कुछ टीचर हुण देखो कुछ इदां दे चिल्ड्रन हुंदे हैं, बच्चे होंगे हैं जो सफ़र कर रहे होंगे हैं डिसेबिलिटीज़ तो, ठीक है, वही मैं थोड़ा दस्सिया कि अगर 4 स्टूडेंट ने, हो सकता है किसी एक नू कोई प्रॉब्लम हो, डिसलैक्सिया डिसप्रैक्सिया दी डिसेबिलिटीज़ होंदियां ने। अगर आप गल करिए कुछ हैंडीकैप्स होंगे ने, तो वो हर एक चीज़ आपां नूं उत्थे देख के चलनी पेगी, मतलब लर्नर्स अबिलिटी इज़ अ चैलेंज। नैक्सट अगर गल करिए 13 पॉइंट, एग्जाम ओरिएंटेड। जो अपना पाठक्रम होंदा है, जो अपना सिलेबस होंदा है, वो मोस्टली की होंदा एग्जाम ओरिएंटेड होंदा है। प्रॉपर फोकस अपने एग्जाम के उपर होंदा है, रैदर दैन सीखण जां सिखाण दे। अगर एक टीचर इस तरीके नाल पढ़ा रहा है कि हाँ जी एग्जाम दे विच इस तरीके नाल आपां स्कोर करना है, तो बच्चे भी उस तरीके नाल सीखणगे कि हाँ जी इस तरीके नाल आपां एग्जाम दे विच स्कोर करना है। अगर टीचर इदां पढ़ाने की कोशिश कर रहा है कि एग्जाम दे विच जो भी आएगा वो खुद ब खुद हो जाएगा, जेकर आपां सीखांगे उस तरीके नाल फिर स्टूडेंट भी सीखण की कोशिश करेंगे। तो देखा जाए जेकर आप जो अपना सिलेबस, अपना जो अगर पाठक्रम की गल करिए, ठीक है, तो वो की होंदा है एग्जाम ओरिएंटेड होंदा है कि आप एग्जाम के पास होना है, ठीक है। वो चीज़ आपको उत्थे देखने को मिलती है, जिहदे करके आप फोकस ही नहीं करते कि इंग्लिश नूं आप रेगूलर लाइफ विच किवें यूज़ कर सकते हैं। आप फोकस किवें करते हैं कि एग्जाम के विच अगर 40 का क्वेश्चन आएगा तो वो आप 39 प्लस किद्दां लैने हैं, 35 प्लस किद्दां लैने हैं, ठीक है। बच्चे भी उस तरीके नाल हाँ जी मैंने आवले क्वेश्चन से अगर मैं रट्टा लगा ला, क्वेश्चन तो पक्का आएगा या इंपॉर्टेंट है, वो करके चला जाता है, रैदर दैन कि आप कुछ सीख भी रहे हैं या नहीं रहे हैं, ठीक है। बिल्कुल आम जिहियां गल्लां ने, बिल्कुल इदां दा कुछ नहीं कि कुछ नवां डिस्कस हो रहा। आप रेगूलर लाइफ के विच आप खुद भी यही सब कुछ किया है और आप देख रहे हैं कि आज की जनरेशन भी यही सब कुछ कर रही है, ठीक है। तो बिल्कुल ये कोई भी प्रॉब्लम डाउट नहीं होएगा कि जो अपना सिलेबस होंदा वो एग्जाम ओरिएंटेड होंदा है, और जिहदे करके आप कम्यूनीकेशन किद्दां करी दी है, इंग्लिश नूं किद्दां यूज़ करना है, ठीक है, वो सारा कुछ आप नहीं सीख पाते, जिहदे करके हुण अगर आप देखिए सिंपल लाइफ के चलो एक एग्जाम्पल लैने, अपनी पंजाबी बहुत ज़्यादा स्ट्रोंग है, अपनी इंग्लिश उन्नी ज़्यादा स्ट्रोंग नहीं है। कारण की है जद कि आप पंजाबी नूं इन्ना नहीं पढ़ते, आपको पता होंदा कि बहुत ज़्यादा ईजी सबजैक्ट आप कर लाँगे, बट कि अपना पूरा आप जोर लगाना है कि हाँ जी इंग्लिश यार डिफिकल्ट है, आप बहुत ज़्यादा उसके ऊपर स्टडी कर रहे हैं, फिर भी अपनी पंजाबी ज़्यादा स्ट्रोंग है रैदर दैन अपनी इंग्लिश। कारण क्योंकि आप पंजाबी नूं इस तरीके नाल सीखिया है कि अगर आप चाहिए तो बड़ी ईजिली उसनूं समझ, अपनी लिसनिंग स्पीकिंग वाल ज़्यादा फोकस किया रैदर दैन रीडिंग राइटिंग, ठीक है। बट इत्थे उल्ट हो रहा, आप उसनूं उस तरीके नाल सीख नहीं पा रहे, आप रेगूलर लाइफ के यूज़ ही नहीं कर पा रहे, जिस करके आप सीख नहीं पा रहे। क्यों? क्योंकि आप एक सिलेबस के अकॉर्डिंग चल रहे हैं, ठीक है, वो सारा कुछ ये आ जाता है। 14 की अगर आप गल करिए, 14 पॉइंट तुसीं देख पा रहे हो इत्थे, लैक ऑफ करैक्शन वर्क, ठीक है, कमियां नूं कड्ढना। बच्चे अगर गलती कर रहे हैं तो उस कमी नूं निकालना, उस कमी नूं बच्चे के सामने सही करना और उन्होंने प्रॉपरली एक्सप्लेन करना कि इसकी जगह ये क्यों आएगा। बहुत सारे ग्रामर के बहुत सारिया गलतियां बच्चे करते हैं, स्पैलिंग मिसटेक, प्रनाउंसिएशन, अगर उन्होंने करैक्शन नहीं की जाएगी तो उन्होंने हैबिट बन जाती है और रॉन्गली वो वर्ड उसनों यूज़ करते हुए कंटीन्यूसली लगातार चलता रहता है, ठीक है, जिहदे करके वो प्रॉपरली नहीं सीख पाते। सिंपल जी गल है, जिहदे कर करैक्शन वर्क के भी अपने इत्थे कमी देखने को मिलती है, ठीक है। नैक्सट अगर गल करिए अनरियलिस्टिक सिलेबस, ठीक है, अपना जो सिलेबस है वो रियल लाइफ के नाल रिलेट नहीं करता, जिवें कि आप हुणे डिस्कस किया कि पंजाबी के कंपैरिजन अपनी इंग्लिश इन्नी डिफिकल्ट क्यों लगती है, रियलिस्टिक नहीं है। रीडिंग पेपर के विच की आएगा वो करके चल जाने, उहदे नाल आपां किद्दां सिखांगे, ठीक है। रियलिस्टिक जो सिलेबस नहीं है, आप उन्होंने पार्टिसिपेट नहीं करते, आप उहदे विच, ठीक है, पार्टिसिपेट नहीं करते। 50-50 जो परसेंट आप कह दें कि अगर 50% टीचर समझा रहे तो 50% स्टूडेंट की पार्टिसिपेशन भी जरूरी है, वो चीज़ नहीं होंगी, ठीक है। क्विज हो गए, टैलेंट हो गया। हुण अगर आप रेगूलर लाइफ च हुण आप इदां थोड़ी है कि हर टाइम आप इंग्लिश बोलांगे तां ही आप सीखांगे, ठीक है, बट एज अ क्विज सैमीनार अगर आप बच्चों को पार्टिसिपेट करने नहीं कह रहे हैं, इंग्लिश लैंग्वेज में यूज़ करने नहीं कह रहे हैं, ड्यूरिंग इंग्लिश पीरियड अगर आप बच्चों को कह रहे हैं कि आपस में कम्यूनीकेट करो इंग्लिश के, दैन यही एक बहुत छोटा जिहा ही सही बट बच्चे सीखणगे इहदे नाल, ठीक है। तो उत्थे की होएगा क्विज टैलेंट हो गया, जो सैमीनार्स हो गए, जो कम्यूनीकेशन हो गई, इदां दी चीज़ां नहीं होंदियां, जिहदे करके बच्चे रियल लाइफ के नाल रिलेट उसनूं करके नहीं सीख पाते, रियलिस्टिक नहीं होंदा। 16 पॉइंट अगर आप देखिए, पेरेंट्स की इंटरफेरेंस होंदी है, नो डाउट अज के टाइम के हर एक चीज़ हाँ जी साडे बच्चे ने उस तरीके नाल सिखाओ। एक टीचर ने एक स्टूडेंट नूं सिखाना है, उस फील्ड के विच टीचर नूं ज़्यादा नॉलेज है रैदर दैन पेरेंट्स, ठीक है, आपां नूं ये चीज़ क्लीयर है।
उस टीचर ने स्टूडेंट ਨੂੰ किस तरीके ਨਾਲ ਸਿਖਾਉਣਾ ਹੈ, स्टूडेंट ਦੇ ਵਿੱਚ ਕੀ ਕਮੀਆਂ ਨੇ ਉਸਨੂੰ ਡਾਇਗਨੋਸ ਕਰਕੇ ਉਸਦੀ ਕਿਸ ਤਰੀਕੇ ਨਾਲ ਉਸਦੀ ਰਿਮੈਡੀਅਲ ਟੀਚਿੰਗ ਕਰਨੀ ਹੈ, ਕਿਸ ਤਰੀਕੇ ਨਾਲ ਉਸਨੂੰ ਸਿਖਾਉਣਾ ਹੈ ਪ੍ਰੋਪਰਲੀ, ਕਿਹੜੇ ਵੀਕ ਪੁਆਇੰਟ ਉਸਨੂੰ ਆਪਾਂ ਕਹਿ ਸਕਦੇ ਕਿ ਇਹ ਸਾਰਾ ਕੁਛ ਟੀਚਰ ਦੇ ਹੱਥ ਵਿੱਚ ਹੁੰਦਾ ਔਰ ਸਟੂਡੈਂਟ ਦੇ ਵਿੱਚ ਹੁੰਦਾ। ਦੋਨਾਂ ਦਾ ਇੱਕ ਆਪਾਂ ਕਹਿ ਸਕਦੇ ਕਿ ਰਿਲੇਸ਼ਨ ਹੁੰਦਾ ਜਿਹਦੇ ਵਿੱਚ ਟੀਚਰ ਸਿਖਾਉਂਦਾ, ਸਟੂਡੈਂਟ ਸਿੱਖਦਾ, ਕਿਉਂਕਿ ਟੀਚਰ ਕਿਤੇ ਨਾ ਕਿਤੇ ਉਸ ਫੀਲਡ ਦੇ ਵਿੱਚ ਮਾਹਿਰ ਹੈ। ਬਟ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਇੱਕ ਚੀਜ਼ ਆਮ ਦੇਖ ਰਹੇ ਹਾਂ ਕਿ ਪੇਰੈਂਟਸ ਦੀ ਇੰਟਰਫੇਅਰੈਂਸ ਬਹੁਤ ਵੱਧ ਗਈ ਹੈ। ਪੇਰੈਂਟਸ ਦੀ ਇੰਟਰਫੇਅਰੈਂਸ ਮੀਨ ਟੂ ਸੇ ਕਿ ਨਹੀਂ ਜੀ ਸਾਡੇ ਬੱਚੇ ਨੂੰ ਇਸ ਤਰੀਕੇ ਨਾਲ ਨਹੀਂ, ਇਸ ਤਰੀਕੇ ਨਾਲ ਕਰਵਾਇਆ ਜਾਵੇ। ਵੀ ਸਿੰਪਲ ਸ਼ਬਦਾਂ ਵਿੱਚ ਕਹੀਏ ਤਾਂ ਨੌਲੇਜ ਤਾਂ ਜਿਹੜੇ ਟੀਚਰ ਨੂੰ ਹੋਏਗੀ ਨਾ, ਕਿਉਂਕਿ ਉਸਦਾ ਇਹ ਕੰਮ ਹੈ, ਉਹ ਸ਼ੁਰੂ ਤੋਂ ਇਹ ਕੰਮ ਕਰਦਾ ਆ ਰਿਹਾ ਹੈ। ਬਿਕੋਜ਼ ਆਫ ਦੈਟ ਇੰਟਰਫੇਅਰੈਂਸ ਅੱਛੇ ਤਰੀਕੇ ਨਾਲ ਲਰਨਿੰਗ ਨਹੀਂ ਹੋ ਪਾਉਂਦੀ, ਕਿਉਂਕਿ ਉੱਥੇ ਟੀਚਰ ਨੂੰ ਮਜਬੂਰਨ ਪੇਰੈਂਟਸ ਦੇ ਅਕੋਰਡਿੰਗ ਚੱਲਣਾ ਪੈਂਦਾ ਹੈ ਅਤੇ ਉਸ ਅਕੋਰਡਿੰਗ ਬੱਚਾ ਗਰੋ ਨਹੀਂ ਕਰ ਪਾਉਂਦਾ। ਠੀਕ ਹੈ, ਅੱਗੇ ਅਗਰ ਆਪਾਂ ਗੱਲ ਕਰੀਏ 17th ਟੋਪਿਕ, 17th ਪੁਆਇੰਟ, ਇਨਸਫੀਸ਼ੀਐਂਟ ਟਾਈਮ ਬਹੁਤ ਥੋੜ੍ਹਾ ਹੁੰਦਾ ਹੈ। ਆਪਾਂ ਨੂੰ ਪਤਾ ਹੈ ਕਿ 6 ਮੰਥ ਦਾ ਇੱਕ ਸਮੈਸਟਰ ਹੁੰਦਾ। ਠੀਕ ਹੈ, ਸਮੈਸਟਰ ਸਿਸਟਮ ਦੀ ਗੱਲ ਕਰੀਏ, ਬਟ ਅਗਰ ਆਪਾਂ ਥੋੜ੍ਹਾ ਜਿਹਾ ਕੈਲਕੂਲੇਟ ਕਰਕੇ ਦੇਖੀਏ, ਇੱਕ ਸਮੈਸਟਰ ਦੇ ਸਹੀ 6 ਮਹੀਨੇ ਆਪਾਂ ਨੂੰ ਨਹੀਂ ਮਿਲਦੇ ਟੀਚਿੰਗ ਕਰਵਾਉਣ ਲਈ, ਜਾਂ ਨਹੀਂ ਮਿਲਦੇ ਟੀਚਿੰਗ ਲਰਨਿੰਗ ਕਰਨ ਦੇ ਲਈ। ਆਪਾਂ ਨੂੰ ਕੁਛ ਨੀਅਰ ਅਬਾਊਟ 3.5 ਔਰ 4 ਮੰਥ ਹੀ ਮਿਲਦੇ ਆ। ਗ੍ਰੈਜੂਏਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਸਕੂਲਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਬਹੁਤ ਸਾਰਾ ਸਮਾਂ ਛੁੱਟੀਆਂ ਦੇ ਵਿੱਚ ਚਲਾ ਜਾਂਦਾ, ਬਹੁਤ ਸਾਰਾ ਸਮਾਂ ਇੱਕ ਪਹਿਲਾ ਦੇ ਜੋ ਸਮੈਸਟਰ ਹੁੰਦਾ ਉਹਦੇ ਐਗਜ਼ਾਮੀਨੇਸ਼ਨ ਦੇ ਵਿੱਚ ਔਰ ਸੈਕਿੰਡ ਦੇ ਐਗਜ਼ਾਮੀਨੇਸ਼ਨ ਸਟਾਰਟ ਹੋਣ ਦੇ ਵਿੱਚ ਜੋ ਟਾਈਮ ਹੁੰਦਾ ਉਹ 6 ਮਹੀਨੇ ਨਹੀਂ ਹੁੰਦਾ, ਉਹ 3.5 ਔਰ 4 ਦੇ ਨੀਅਰ ਅਬਾਊਟ ਹੀ ਹੁੰਦਾ। ਠੀਕ ਹੈ, ਮਤਲਬ ਟਾਈਮ ਜਿੰਨਾ ਆਪਾਂ ਨੂੰ ਕਿਹਾ ਜਾਂਦਾ, ਜਿਸ ਅਕੋਰਡਿੰਗ ਆਪਾਂ ਨੂੰ ਕੰਮ ਦਿੱਤਾ ਜਾਂਦਾ, ਉਸ ਅਕੋਰਡਿੰਗ ਆਪਾਂ ਨੂੰ ਟਾਈਮ ਨਹੀਂ ਮਿਲਦਾ। ਕਲਾਸ ਟਾਈਮ ਬਹੁਤ ਘੱਟ ਹੁੰਦਾ, ਬਹੁਤ ਸਾਰਾ ਆਪਾਂ ਦੇਖਦੇ ਹਾਂ ਕਈ ਵਾਰੀ ਅੱਛਾ ਟਾਈਮ ਹੁੰਦਾ 1 ਘੰਟਾ ਜਾਂ 45 ਮਿੰਟ ਦੇ ਅਬਾਊਟ ਇੱਕ ਕਲਾਸ ਦਾ ਇੱਕ ਪੀਰੀਅਡ ਦਾ ਟਾਈਮ ਹੋਣਾ ਚਾਹੀਦਾ, ਬਟ ਬਹੁਤ ਆਪਾਂ ਦੇਖਦੇ ਹਾਂ ਕਿ 30 ਮਿੰਟਸ ਦਾ ਪੀਰੀਅਡ ਆ, ਉਹਦੇ ਵਿੱਚ ਕੀ ਕਰਵਾਇਆ ਜਾਏਗਾ। 15 ਮਿੰਟ ਤਾਂ ਅੱਧੀ ਅਟੈਂਡੈਂਸ ਦੇ ਵਿੱਚ ਚਲੇ ਜਾਂਦੇ ਆ ਜਾਂ ਫਿਰ ਨੋਰਮਲੀ ਗੱਲਬਾਤ ਕਰਨ ਦੇ ਵਿੱਚ ਚਲੇ ਜਾਂਦੇ, ਤਾਂ 30 ਮਿੰਟ ਦੇ ਵਿੱਚ ਉਹ ਚੀਜ਼ ਕਵਰ ਅਪ ਨਹੀਂ ਹੋ ਪਾਉਂਦੀ। ਉਸ ਤਰੀਕੇ ਨਾਲ ਇਕੱਲੇ ਬੱਚੇ ਵੱਲ ਫੋਕਸ ਨਹੀਂ ਹੋ ਪਾਉਂਦਾ। ਹੁਣ ਅਗਰ ਇੱਕ ਕਲਾਸ ਹੈ, ਪੀਰੀਅਡ ਟਾਈਮ ਤੁਹਾਡੇ ਕੋਲ ਕਿੰਨਾ 30 ਮਿੰਟ ਹੈ, ਬਟ ਉਸ ਕਲਾਸ ਦੇ ਵਿੱਚ ਬੱਚੇ ਕਿੰਨੇ ਹੈ 60 ਹੈ, ਤੁਸੀਂ ਚਾਹ ਕੇ ਵੀ ਕਲਾਸ ਨੂੰ ਸ਼ਾਇਦ 30 ਮਿੰਟ ਦੇ ਵਿੱਚ ਤਾਂ ਸ਼ਾਇਦ ਤੁਸੀਂ ਸੰਭਾਲਦੇ ਹੀ ਰਹਿ ਜਾਓਗੇ ਕਿ ਪਲੀਜ਼ ਚੁੱਪ ਕਰ ਜਾਓ, ਸਮਝ ਲਓ। ਠੀਕ ਹੈ, ਉਹ ਸਾਰੀਆਂ ਚੀਜ਼ਾਂ ਤਾਂ ਬਿਲਕੁਲ ਕਲਾਸ ਟਾਈਮ ਵਿੱਚ ਬਹੁਤ ਘੱਟ ਹੁੰਦਾ। ਇਸ ਤੋਂ ਬਾਅਦ ਆਪਾਂ ਦੇਖ ਪਾ ਰਹੇ ਹਾਂ ਲਾਸਟ ਪੁਆਇੰਟ 18th ਪੁਆਇੰਟ, ਟਰਾਂਸਲੇਸ਼ਨ ਦੇ ਉੱਪਰ ਬਹੁਤ ਸਟ੍ਰੈਸ ਦਿੰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਆਪਾਂ ਬੱਚੇ ਨੂੰ ਇੱਕ ਲਾਈਨ ਪੜ੍ਹਾਉਂਦੇ ਹਾਂ, ਉਸੇ ਟਰਾਂਸਲੇਟ ਕਰਦੇ ਹਾਂ, ਟਰਾਂਸਲੇਟ ਕਰਨ ਤੋਂ ਬਾਅਦ ਇਕੱਲੇ ਵਰਡ ਨੂੰ ਦੱਸਦੇ ਹਾਂ। ਕਿਤੇ ਨਾ ਕਿਤੇ ਇੰਗਲਿਸ਼ ਸਿੱਖਦੇ ਹੋਏ ਆਪਾਂ ਟਰਾਂਸਲੇਸ਼ਨ ਦੇ ਵਿੱਚ ਹੀ ਉਲਝੇ ਰਹਿੰਦੇ ਹਾਂ ਕਿ ਹਾਂਜੀ ਇਸ ਵਰਡ ਦੀ ਟਰਾਂਸਲੇਸ਼ਨ ਇਹ ਹੋਏਗੀ, ਜਿਸ ਵਰਡ ਨੂੰ ਇਹ ਟਰਾਂਸਲੇਟ ਕਰਕੇ ਬਣੇਗਾ। ਠੀਕ ਹੈ, ਤਾਂ ਉਹਦੇ ਵਿੱਚ ਹੀ ਉਲਝੇ ਰਹਿੰਦੇ ਹਾਂ, ਜਿਹਦੇ ਕਰਕੇ ਇੱਕ ਚੈਲੰਜ ਬਣ ਜਾਂਦਾ, ਨਹੀਂ ਸਿੱਖ ਪਾਉਂਦੇ ਜਾਂ ਨਹੀਂ ਸਿਖਾ ਪਾਉਂਦੇ ਵਧੀਆ ਤਰੀਕੇ ਨਾਲ, ਕਿਉਂਕਿ ਟਰਾਂਸਲੇਟ ਰੀਟਰਾਂਸਲੇਟ ਪਹਿਲਾਂ ਉਸਨੂੰ ਟਰਾਂਸਲੇਟ ਕਰਨਾ, ਫਿਰ ਉਸਨੂੰ ਦੁਬਾਰਾ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਨਾ, ਇਹਨਾਂ ਦੇ ਵਿੱਚ ਹੀ ਆਪਾਂ ਉਲਝੇ ਰਹਿੰਦੇ ਹਾਂ। ਠੀਕ ਹੈ, ਅਤੇ ਕੁਝ ਚੀਜ਼ਾਂ ਸੀ ਜੋ ਚੈਲੰਜਸ ਨੇ ਇੰਗਲਿਸ਼ ਸਿੱਖਣ ਦੇ ਵਿੱਚ, ਜਨਰਲ ਚੈਲੰਜਸ ਨੇ। ਹਾਲੇ ਇੱਕ ਹੋਰ ਇਹਦੇ ਵਿੱਚ ਆਪਾਂ ਸਪੈਸੀਫਿਕ ਚੈਲੰਜਸ ਦੀ ਗੱਲ ਕਰਾਂਗੇ, ਦੇਖ ਲੈਂਦੇ ਕਿਹੜੇ ਦੇਖੇ ਆਪਾਂ। ਲੈਕ ਆਫ ਪਰਪਸ ਦੇਖਿਆ, ਜਿਹੜੇ ਟੀਚਿੰਗ ਮੈਥਡਸ ਨੇ ਉਹ ਆਪਣੇ ਫੋਲਟ ਨੇ। ਠੀਕ ਹੈ, ਟੈਕਸਟ ਬੁੱਕਸ ਦੀ ਆਪਾਂ ਦੇਖਿਆ ਕਿ ਫੋਲਟ ਟੈਕਸਟ ਬੁੱਕਸ ਹੁੰਦੀਆਂ ਨੇ, ਕਲਾਸਿਸ ਬਹੁਤ ਲਾਰਜ ਹੁੰਦੀਆਂ ਨੇ। ਕਲੀਅਰ, ਅਗਰ ਆਪਾਂ ਗੱਲ ਕਰੀਏ ਸਟੱਡੀ ਮਟੀਰੀਅਲ ਨੇ ਬਹੁਤ ਸਾਰੇ ਏਰੀਆਸ ਤੱਕ ਹਾਲੇ ਵੀ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਵਾਈਡ ਹੋ ਪਾ ਰਿਹਾ। ਟੀਚਿੰਗ ਏਡਸ ਨੇ ਉਹ ਘੱਟ ਨੇ। ਅਗਰ ਗੱਲ ਕਰੀਏ ਰੀਡਿੰਗ ਹੈਬਿਟਸ ਨੇ ਬੱਚੇ ਨੂੰ ਸ਼ੁਰੂ ਤੋਂ ਗਲਤ ਪਈਆਂ ਹੋਈਆਂ ਨੇ। ਅਨਹਾਈਜੀਨਿਕ ਅਗਰ ਫਿਜ਼ੀਕਲ ਕੰਡੀਸ਼ਨ ਉਹ ਸਹੀ ਨਹੀਂ ਹੈ। ਸਕੂਲ ਇਨਵਾਇਰਮੈਂਟ ਆਪਾਂ ਨੂੰ ਕ੍ਰੀਏਟ ਇਸ ਤਰੀਕੇ ਨਾਲ ਕਰਨਾ ਚਾਹੀਦਾ। ਠੀਕ ਹੈ, ਲੈਕ ਆਫ ਅਗਰ ਆਪਾਂ ਅੱਛੇ ਟੀਚਰਸ ਦੀ ਕਮੀ ਅਗਰ ਆਪਾਂ ਕਹਿ ਸਕਦੇ ਹਾਂ। ਐਗਜ਼ਾਮੀਨੇਸ਼ਨ ਮੈਥਡ ਕਿੱਦਾਂ ਦਾ ਹੋਣਾ ਚਾਹੀਦਾ, ਲਰਨਰ ਦੀ ਅਬਿਲਿਟੀ ਵੀ ਬਹੁਤ ਇਫੈਕਟ ਕਰਦੀ ਹੈ। ਐਗਜ਼ਾਮ ਓਰੀਐਂਟਡ ਹੁੰਦਾ ਆਪਣਾ ਸਿਲੇਬਸ, ਲੈਕ ਆਫ ਕਰੈਕਸ਼ਨ ਵਰਕ। ਠੀਕ ਹੈ, ਔਰ ਇਨਸਫੀਸ਼ੀਐਂਟ ਟਾਈਮ ਦੇ ਨਾਲ ਟਰਾਂਸਲੇਸ਼ਨ ਅਤੇ ਰੀਟਰਾਂਸਲੇਸ਼ਨ ਦੇ ਨਾਲ ਹੀ ਆਪਾਂ ਕੀ ਰਹਿੰਦੇ ਹਾਂ, ਉਲਝੇ ਰਹਿੰਦੇ ਹਾਂ। ਕਲੀਅਰ, ਤਾਂ ਇਹ ਸਾਰੀਆਂ ਗੱਲਾਂ ਨੇ ਜਿਹਦੇ ਵਿੱਚ ਆਪਾਂ ਡਿਸਕਸ ਕੀਤਾ ਕਿ ਕਿਸ ਤਰੀਕੇ ਨਾਲ ਆਪਾਂ ਪ੍ਰੋਬਲਮਸ ਨੂੰ ਫੇਸ ਕਰਦੇ ਹਾਂ ਡਿਊਰਿੰਗ ਅ ਲੈਂਗੁਏਜ ਟੀਚਿੰਗ। ਠੀਕ ਹੈ, ਇੱਕ ਹੋਰ ਵੀਡੀਓ ਇਸ ਟੋਪਿਕ ਦੇ ਉੱਪਰ ਬਣੇਗਾ। ਟੋਪਿਕ ਤਾਂ ਛੋਟਾ ਜਿਹਾ ਹੈ, ਜਿਹੜੀਆਂ ਆਪਾਂ ਕਹਿ ਸਕਦੇ ਸਪੈਸੀਫਿਕ ਜੇ ਕੁਛ ਚੈਲੰਜ ਹੁੰਦੇ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਥੋੜ੍ਹੇ ਨੇ, ਜਲਦੀ ਡਿਸਕਸ ਹੋ ਜਾਣਗੇ। ਕੱਲ੍ਹ ਦੀ ਵੀਡੀਓ ਦੇ ਵਿੱਚ ਵੀ ਇਹ ਟੋਪਿਕ ਜੋ ਹੈ ਉਹ ਕੰਪਲੀਟ ਹੋ ਜਾਏਗਾ। ਆਫਟਰ ਦੈਟ PDF ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਵਿੱਚ ਸੈਂਡ ਕਰ ਦੇਵਾਂਗੇ ਆਪਾਂ। ਪਸੰਦ ਆਇਆ ਵੀਡੀਓ, ਕੋਈ ਵੀ ਪੁਆਇੰਟ ਹੈ ਜੇਕਰ ਉਹ ਨਹੀਂ ਕਲੀਅਰ ਹੋਇਆ ਤਾਂ ਤੁਸੀਂ ਪੁੱਛੋ। ਟੈਲੀਗ੍ਰਾਮ ਗਰੁੱਪ ਜਿਹੜਾ ਕਿ ਆਪਾਂ ਡਿਸਕਸ਼ਨ ਲਈ ਬਣਾਇਆ ਹੈ ਉਸ ਦੇ ਵਿੱਚ ਪੁੱਛ ਸਕਦੇ ਹੋ, ਜਾਂ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲਿਖ ਕੇ ਪੁੱਛ ਸਕਦੇ ਹੋ ਕਿ ਹਾਂਜੀ ਇਸ ਪੁਆਇੰਟ ਦਾ ਇਹ ਟੋਪਿਕ ਨਹੀਂ ਮੈਨੂੰ ਕਲੀਅਰ ਹੋਇਆ, ਪਲੀਜ਼ ਇਸਨੂੰ ਐਕਸਪਲੇਨ ਕਰੋ। ਠੀਕ ਹੈ, ਦੈਨ ਆਈ ਵਿਲ ਐਕਸਪਲੇਨ ਯੂ। ਗਰੁੱਪ ਦਾ ਜੋ ਲਿੰਕ ਆ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਅਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਦੇ ਉੱਪਰ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ। ਠੀਕ ਹੈ, ਕਿਉਂਕਿ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤੁਸੀਂ ਤਾਂ ਹੀ ਇਸ ਚੈਨਲ ਦੇ ਉੱਪਰ ਆਏ ਹੋ, ਔਰ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਇਹ ਚੈਨਲ ਬਹੁਤ ਹੈਲਪਫੁਲ ਹੋਏਗਾ ਤੁਹਾਡੇ ਲਈ। ਲਾਈਕ ਕਰੋ ਵੀਡੀਓ ਨੂੰ ਜੇ ਪਸੰਦ ਆਈ, ਸਮਝ ਆਏ ਸਭ ਕੁਛ, ਅਤੇ ਸ਼ੇਅਰ ਤਾਂ ਜ਼ਰੂਰ ਕਰੋ। ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰੋ।
ठीक है। तो लाइक सबसक्राइब शेयर करना ना भुल्लो, कमेंट सैक्शन के अपने रिव्यूज़ देना ना भुल्लो, ठीक है। पसंद आया वीडियो तो जरूर शेयर करो जिन्ना हो सके। तो चलो फिर मिलते हैं नैक्सट वीडियो के डिस्कस करते हैं सारा कुछ, ठीक है। तो चलो फिर अज लिए इन्ना ही, थैंक यू।